ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਪ੍ਰੋਗਰਾਮ ਦੇਖ ਰਹੇ ਹੋ ਵੀਜ਼ਾ ਲਾਈਵ ਤੇ ਮੈਂ ਹਾਂ ਪ੍ਰੀਤ ਰਮਨ। ਸੋ ਜਿਹੜੇ ਸਟੂਡੈਂਟਸ ਨੇ ਬਾਹਰ ਜਾਣਾ ਹੁੰਦਾ ਹੈ, ਹੁਣ ਖਾਸ ਕਰਕੇ 12ਵੀਂ ਕਲਾਸ ਵਾਲੇ ਬੱਚਿਆਂ ਦੇ ਰਿਜ਼ਲਟ ਆ ਚੁੱਕੇ ਨੇ। ਹੁਣ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਿ ਕਿਹੜੀ ਕੰਟਰੀ ਸਾਡੇ ਲਈ ਬੈਸਟ ਰਹੇਗੀ, ਕਿਹੜੀਆਂ ਆਪਸ਼ਨ ਸਾਡੇ ਲਈ ਬੈਸਟ ਹੋਣਗੀਆਂ, ਕਿਸ ਤਰੀਕੇ ਦੇ ਨਾਲ ਅਸੀਂ ਬਾਹਰ ਜਾਈਏ, ਜਾਂ ਫਿਰ ਜਿਨ੍ਹਾਂ ਨੇ ਹਜੇ ਆਇਲਸ ਕਰਨੀ ਆ ਉਹਨੂੰ ਲੈ ਕੇ ਵੀ ਕਾਫੀ ਜ਼ਿਆਦਾ ਕਨਫਿਊਜ਼ ਹੈ ਕਿ ਸਾਨੂੰ ਕਿੰਨੇ ਕੁ ਬੈਂਡ ਲੈਣੇ ਚਾਹੀਦੇ ਨੇ, ਕਿੰਨੀ ਕੁ ਮਿਹਨਤ ਕਰਨੀ ਚਾਹੀਦੀ ਹੈ। ਸੋ ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਦੇ ਸ਼ੋਅ ਦੇ ਵਿੱਚ ਤੁਹਾਨੂੰ ਮਿਲਣ ਵਾਲੇ ਨੇ। ਸਿਰਫ 12ਵੀਂ ਪਾਸ ਬੱਚਿਆਂ ਦੀ ਗੱਲ ਨਹੀਂ ਕਰਾਂਗੇ, ਬਲਕਿ ਜਿਹੜੇ ਗ੍ਰੈਜੂਏਟ ਹੋ ਚੁੱਕੇ ਨੇ ਜਾਂ ਫਿਰ ਜਿਨ੍ਹਾਂ ਨੇ ਪਹਿਲਾਂ ਦੀ 12ਵੀਂ ਕੀਤੀ ਹੋਈ ਹੈ, ਹਰ ਤਰ੍ਹਾਂ ਦੇ ਬੱਚੇ ਦੀ ਗੱਲ ਅੱਜ ਦੇ ਇਸ ਸ਼ੋਅ ਦੇ ਵਿੱਚ ਹੋਏਗੀ। ਸੋ ਸਾਡੇ ਨਾਲ ਹੋਣਗੇ ਜੀ ਅੱਜ ਬੌਸ ਇੰਟਰਨੈਸ਼ਨਲ ਸਟੱਡੀਜ਼ ਤੋਂ ਮਿਸਟਰ ਹਰਿੰਦਰ ਕੁਮਾਰ ਜੀ। ਸਵਾਗਤ ਕਰ ਲੈਂਦੇ ਹਾਂ ਉਹਨਾਂ ਦਾ। ਹੈਲੋ ਸਰ, ਵੈਲਕਮ। ਥੈਂਕ ਯੂ। ਸੋ ਮੈਂ ਆਡੀਅנס ਨੂੰ ਦੱਸ ਦਿੰਦੀ ਹਾਂ ਜੀ ਕਿ ਬੌਸ ਇੰਟਰਨੈਸ਼ਨਲ ਸਟੱਡੀਜ਼ ਦੇ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਸੋ ਤੁਸੀਂ ਇਸ ਸ਼ੋਅ ਨੂੰ ਧਿਆਨ ਦੇ ਨਾਲ ਸੁਣੋ, ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗਦੀ ਹੈਗੀ ਹੈ, ਤੁਹਾਨੂੰ ਸਮਝ ਆਉਂਦੀ ਹੈ ਤੇ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ, ਬਾਕੀ ਸੋਸ਼ਲ ਮੀਡੀਆ ਤੇ ਜਾ ਕੇ ਵੀ ਕੰਟੈਕਟ ਕਰ ਸਕਦੇ ਹੋ। ਇਹਨਾਂ ਨੰਬਰ ਤੇ ਕਾਲ ਕਰੋ, ਆਫਿਸ ਦੇ ਵਿੱਚ ਵੀ ਪਹੁੰਚੋ ਤੇ ਜਿਹੜੀ ਕਾਉਂਸਲਿੰਗ ਆ ਆਈ ਹੋਪ ਕਿ ਤੁਹਾਨੂੰ ਪੂਰਾ ਸੈਟੀਸਫਾਈਡ ਕਰ ਦੇਗੀ, ਕਿਉਂਕਿ ਬੌਸ ਇੰਟਰਨੈਸ਼ਨਲ ਸਟੱਡੀਜ਼ ਬਹੁਤ ਪੁਰਾਣੀ ਕੰਪਨੀ ਹੈਗੀ ਹੈ। ਬਹੁਤ ਸਟੂਡੈਂਟਸ ਆਲਰੇਡੀ ਇਹਨਾਂ ਦੇ ਥਰੂ ਪਹੁੰਚ ਚੁੱਕੇ ਨੇ ਆਪਣੀਆਂ ਡ੍ਰੀਮ ਡੈਸਟੀਨੇਸ਼ਨਸ ਤੇ। ਸੋ ਅੱਜ ਦਾ ਸ਼ੋਅ ਜੀ ਤੁਹਾਡੇ ਵਾਸਤੇ ਧਿਆਨ ਦੇ ਨਾਲ ਤੁਸੀਂ ਸੁਣਨਾ। ਸੋ ਸਰ, ਜਿਵੇਂ ਮੈਂ ਕਿਹਾ ਕਿ 12ਵੀਂ ਕਲਾਸ ਦੇ ਬੱਚਿਆਂ ਦੇ ਰਿਜ਼ਲਟ ਆ ਗਏ ਨੇ, ਸਭ ਤੋਂ ਜ਼ਿਆਦਾ ਪਰੇਸ਼ਾਨ ਉਹੀ ਹੁੰਦੇ ਜਦੋਂ ਰਿਜ਼ਲਟ ਹੁਣ ਅਸੀਂ ਕਿੱਥੇ ਜਾਈਏ। ਸੋ ਕੀ ਆਪਸ਼ਨਸ? ਸਭ ਤੋਂ ਪਹਿਲੇ ਤਾਂ ਜਿਹੜੇ ਬੱਚਿਆਂ ਦੇ ਰਿਜ਼ਲਟ ਅੱਛੇ ਆਏ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ। ਤੇ ਜਿਹੜੀ ਆਪਾਂ ਗੱਲ ਕਰਦੇ ਕਿ ਹਰ ਇੱਕ ਸਟੂਡੈਂਟ ਦਾ ਸੁਪਨਾ ਹੁੰਦਾ ਹੈ ਕਿ ਜਦੋਂ ਮੇਰੀ +2 ਹੋ ਜਾਏਗੀ ਮੈਂ ਫੋਰਨ ਪੜ੍ਹਨ ਜਾਵਾਂਗਾ ਜਾਂ ਮੈਂ ਗ੍ਰੈਜੂਏਸ਼ਨ ਜਾਂ ਡਿਪਲੋਮਾ ਕਰਨ ਲਈ ਜਾਵਾਂਗਾ। ਤਾਂ ਦੇਖੋ ਹਰ ਕੰਟਰੀ ਦਾ ਇੱਕ ਅਲੱਗ-ਅਲੱਗ ਸਿਨੈਰੀਓ ਹੈ। ਹਰ ਕੰਟਰੀ ਦੇ ਵਿੱਚ ਅਗਰ ਤੁਸੀਂ ਜਾਣਾ ਚਾਹੁੰਦੇ ਹੋ, ਕਿਉਂਕਿ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੀ ਕੰਟਰੀ ਜਾਣਾ ਚਾਹੁੰਦੇ। ਜਿੱਦਾਂ ਬਹੁਤ ਸਾਰੇ ਸਟੂਡੈਂਟਸ, ਆਪਾਂ ਪੰਜਾਬ ਦੀ ਗੱਲ ਕਰੀਏ ਕਿ ਮੈਂ ਕੈਨੇਡਾ ਜਾਣ ਦੇ ਬੜੇ ਇੱਛੁਕ ਹੁੰਦੇ ਆ, ਜਾਂ ਮੈਂ USA ਦੀ ਗੱਲ ਕਰਾਂ ਜਾਂ ਆਸਟ੍ਰੇਲੀਆ ਦੀ ਗੱਲ ਕਰਾਂ। ਅਤੇ ਹਰ ਕੰਟਰੀ ਵਧੀਆ ਹੈ, ਹਰ ਕੰਟਰੀ ਦੀ ਸਟੱਡੀ ਵੀ ਵਧੀਆ ਹੈ, ਪਰ ਅਕੋਰਡਿੰਗ ਟੂ ਬੱਚਾ ਕਿ ਕਿਹੜੀ ਕੰਟਰੀ 'ਚ ਪੜ੍ਹਨਾ ਚਾਹਣਾ ਚਾਹੁੰਦਾ ਹੈ। ਜਾਂ ਮੋਸਟਲੀ ਕਿਆ ਹੁੰਦਾ ਪੰਜਾਬ ਦੇ ਵਿੱਚ ਕਿ ਹਾਂ ਵੀ ਉਹ ਜਿੱਥੇ ਉਹਨਾਂ ਦੇ ਜ਼ਿਆਦਾ ਰਿਲੇਟਿਵਸ ਰਹਿੰਦੇ ਹੈ, ਜਾਂ ਕੋਈ ਬ੍ਰਦਰ, ਛੋਟਾ ਬ੍ਰਦਰ ਜਾਂ ਵੱਡਾ ਬ੍ਰਦਰ ਕੋਈ ਪੜ੍ਹਦਾ ਹੈ, ਤਾਂ ਮੋਸਟਲੀ ਉਹ ਚਾਹੁੰਦੇ ਕਿ ਅਸੀਂ ਉੱਥੇ ਜਾ ਕੇ ਹੀ ਪੜ੍ਹੀਏ। ਅਤੇ ਅਗਰ ਆਪਾਂ ਇਹ ਗੱਲ ਕਰੀਏ ਕਿ ਹਾਂ ਬੱਚੇ ਨੇ ਕਿਹੜੀ ਕੰਟਰੀ ਜਾਣਾ ਹੈ, ਕਿਹੜੀ ਕੰਟਰੀ 'ਚ ਉਹਦੇ ਲਈ ਸਭ ਤੋਂ ਵਧੀਆ ਹੈ, ਇਹ ਹਰ ਕੰਟਰੀ ਦੀ ਇੱਕ ਅਲੱਗ-ਅਲੱਗ ਸਿਨੈਰੀਓ। ਜਿੱਦਾਂ ਹੁਣ ਆਪਾਂ ਅੱਜ ਗੱਲ ਕਰਦੇ ਕਿ ਕੋਈ ਵੀ ਬੱਚਾ, ਚਾਹੇ ਉਹਨੇ ਮੈਡੀਕਲ ਕੀਤਾ, ਚਾਹੇ ਨਾਨ ਮੈਡੀਕਲ ਕੀਤਾ, ਚਾਹੇ ਆਰਟਸ ਕੀਤਾ, ਹਰ ਕੰਟਰੀ 'ਚ ਉਹਦੀ ਯੂਨੀਵਰਸਿਟੀ, ਕਾਲਜ ਅਵੇਲੇਬਲ ਹੈ, ਹਰ ਤਰ੍ਹਾਂ ਦਾ ਕੋਰਸ ਅਵੇਲੇਬਲ ਹੈ। ਇਹ ਸਾਰੇ ਦੇ ਸਾਰੇ ਨੇ ਡਿਪੈਂਡ ਕਰਦਾ ਉਸ ਕੰਟਰੀ 'ਤੇ ਡਿਪੈਂਡ ਕਰਦਾ ਹੈ। ਅਤੇ ਮੋਸਟਲੀ ਜਿਹੜੀ ਆਪਾਂ ਗੱਲ ਕਰਾਂਗੇ ਕਿ ਜਿਹੜੀ ਇੱਕ ਸਕਸੈਸ ਰੇਸ਼ੋ ਦੀ ਗੱਲ ਕਰੀਏ ਜਾਂ ਫੰਡ ਘੱਟ ਦੀ ਗੱਲ ਕਰੀਏ ਕਿ ਕਿੱਥੋਂ ਦੇ ਵੀਜ਼ੇ ਇਸ ਟਾਈਮ ਆ ਰਹੇ ਹੈ ਜਾਂ ਆਪਾਂ ਕਿੱਥੋਂ ਦਾ ਅਪਲਾਈ ਕਰਨਾ ਚਾਹੀਦਾ। ਦੇਖੋ ਬਹੁਤ ਟਾਈਮ ਤੋਂ ਇੱਕ ਆਸਟ੍ਰੇਲੀਆ ਨੂੰ ਲੈ ਕੇ ਆਪਾਂ ਗੱਲ ਕਰਦੇ ਥੋੜ੍ਹੀ ਜਿਹੀ ਕਿ ਆਸਟ੍ਰੇਲੀਆ ਕਾਫੀ ਟਾਈਮ ਤੋਂ 8-9 ਮਹੀਨਿਆਂ ਤੋਂ ਬਹੁਤ ਜ਼ਿਆਦਾ ਕਲੋਜ਼ ਸੀਗਾ। ਮਤਲਬ ਕਿ ਉਹਦੇ ਜਿਹੜੇ ਰਿਜ਼ਲਟ ਸੀ, ਜਾਂ ਆਪਾਂ ਆਫਰ ਲੈਟਰ ਦੀ ਗੱਲ ਕਰੀਏ, ਜਾਂ ਆਪਾਂ ਗੱਲ ਕਰੀਏ ਕਿ ਜਿਹੜੀ ਉਹਦਾ ਐਡਮਿਸ਼ਨ ਪ੍ਰੋਸੈਸ ਸੀ ਬੜਾ ਲੈਂਥੀ ਸੀਗਾ, ਬਹੁਤ ਸਾਰੇ ਇੰਟਰਵਿਊਜ਼ ਹੋ ਰਹੀਆਂ ਸੀਗੀਆਂ। ਅਤੇ ਆਸਟ੍ਰੇਲੀਆ ਕੁਛ ਰੂਲ ਐਂਡ ਰੈਗੂਲੇਸ਼ਨਸ ਨੂੰ ਲੈ ਕੇ ਆਇਆ, ਜਿਹਦੇ ਵਿੱਚ ਕੀ ਹੈ ਕਿ ਜਿਹੜੀ ਅਗਰ ਬੱਚੇ ਦੀ ਜਿਹੜੀ ਉਸ ਰਿਕੁਆਇਰਮੈਂਟ ਨੂੰ ਕੁਆਲੀਫਾਈ ਕਰਦਾ ਹੈ ਅਤੇ ਨਾਲ ਦੀ ਨਾਲ ਬੱਚੇ ਨੂੰ ਆਫਰ ਲੈਟਰ ਮਿਲ ਰਿਹਾ, ਨਾਲ ਦੀ ਨਾਲ ਹੀ ਉੱਥੋਂ ਦੀ ਜਿਹੜਾ ਉਹਦਾ COE ਮਿਲ ਰਹੀ ਹੈ ਅਤੇ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਬਟ ਜਿਹੜੀ ਇੱਕ ਰਿਕੁਆਇਰਮੈਂਟ ਹੈ ਕਿ ਬੱਚਾ ਰੀਸੈਂਟ ਪਾਸ ਆਊਟ, ਜਿੱਦਾਂ ਕਿ ਅੱਜ ਆਪਾਂ ਗੱਲ ਕਰੀਏ ਕਿ ਜਿਹੜੇ ਬੱਚੇ ਇਸ ਟਾਈਮ +2 ਕੀਤੀ ਹੈ ਉਹਨਾਂ ਦੇ ਜਿਹੜੇ IELTS ਦੇ ਬੈਂਡ ਅਗਰ ਅੱਛੇ ਆਏ ਹੋਏ ਹੈ ਤਾਂ ਉਹ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ। ਓਕੇ, ਠੀਕ ਹੈ। ਆਸਟ੍ਰੇਲੀਆ ਹੁਣ ਇਸ ਟਾਈਮ ਓਪਨ ਹੈ, ਕਿਉਂਕਿ ਆਸਟ੍ਰੇਲੀਆ ਜਿਵੇਂ ਤੁਸੀਂ ਕਿਹਾ 6 ਮਹੀਨੇ ਛੋਟਾ ਹੁੰਦਾ ਕਿ ਆਸਟ੍ਰੇਲੀਆ ਡਾਈਸੀ ਰਹਿੰਦਾ। ਇੱਕ ਸਮੈਸਟਰ ਜੇ ਓਪਨ ਹੁੰਦਾ, ਦੂਸਰੇ ਸਮੈਸਟਰ ਉਹਦੇ ਰੂਲਸ ਚੇਂਜ ਬਹੁਤ ਹੋ ਰਹੀ ਹੈ। ਐਕਚੁਅਲ ਕਿਹਾ ਸੀ ਕਿ ਪਹਿਲੇ ਹਰਿਆਣਾ ਦੀ ਗੱਲ ਕਰੀਏ ਜਾਂ ਆਪਾਂ ਕੁਛ ਬੈਡ ਐਕਸਪੀਰੀਅੰਸ ਰਿਹਾ। ਜਦੋਂ ਮੈਂ ਲਾਸਟ ਟਾਈਮ ਨਾ ਆਸਟ੍ਰੇਲੀਆ ਗਿਆ ਸੀ ਅਤੇ ਮੇਰੀ ਬਹੁਤ ਸਾਰੇ ਯੂਨੀਵਰਸਿਟੀ ਕਾਲਜਾਂ ਨਾਲ ਮੀਟਿੰਗ ਹੋਈ ਸੀ, ਅਤੇ ਬਹੁਤ ਸਾਰੀ ਸ਼ਾਇਦ ਤੁਸੀਂ ਨਿਊਜ਼ ਵੀ ਪੜ੍ਹੀ ਹੋਣੀ ਪਿਛਲੇ ਸਾਲ ਕਿ ਕੁਛ ਅੰਬੈਸੀ ਦੇ ਵਿੱਚ ਤੁਹਾਨੂੰ ਕੁਛ ਫੇਕ ਡਾਕੂਮੈਂਟਸ ਨੂੰ ਲੈ ਕੇ ਜਾਂ ਬਹੁਤ ਸਾਰੀ ਚੀਜ਼ਾਂ ਲੈ ਕੇ ਕੁਛ ਸਟੂਡੈਂਟਸ ਨੂੰ ਉੱਥੋਂ ਦੀ ਰਿਪੋਰਟ ਵੀ ਕੀਤਾ ਗਿਆ ਸੀ। ਅਤੇ ਇਹਨਾਂ ਚੀਜ਼ਾਂ ਦੇ ਕਾਰਨ ਹੀ ਆਸਟ੍ਰੇਲੀਆ ਨੇ ਥੋੜ੍ਹਾ ਜਿਹਾ ਰੂਲ ਐਂਡ ਰੈਗੂਲੇਸ਼ਨ ਨੂੰ ਜਿਹੜਾ ਹੈਗਾ ਉਹ ਕੀਤਾ ਅਤੇ ਉਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਸਟ੍ਰਿਕਟ ਕੀਤਾ। ਬਟ ਅਗਰ ਆਪਾਂ ਅੱਜ ਮੁੜ ਕੇ ਗੱਲ ਕਰੀਏ ਕਿ ਆਸਟ੍ਰੇਲੀਆ ਜਿਹੜਾ ਹੈਗਾ ਵੀਜ਼ਾ ਦੇ ਰਿਹਾ ਜਾਂ ਨਹੀਂ ਦੇ ਰਿਹਾ, ਆਸਟ੍ਰੇਲੀਆ ਵੀਜ਼ਾ ਦੇ ਰਿਹਾ ਹੈ। ਇਸ ਟਾਈਮ ਤੁਸੀਂ ਅਗਰ ਯੂਨੀਵਰਸਿਟੀ ਦੀ ਗੱਲ ਕਰਦੇ ਹੋ ਜਾਂ ਕਾਲਜ ਦੀ ਗੱਲ ਕਰਦੇ ਹੋ, ਅਗਰ ਤੁਹਾਡੇ 60% ਅਬਵ ਨੰਬਰ ਹੈ ਤਾਂ ਤੁਸੀਂ ਆਸਟ੍ਰੇਲੀਆ 'ਚ ਅਪਲਾਈ ਕਰ ਸਕਦੇ ਹੋ। ਓਵਰਆਲ ਸੀਟਸ ਨੋਟ ਲੈਸ ਦੈਨ 5.5। ਅਗਰ ਇਹ ਰਿਕੁਆਇਰਮੈਂਟ ਤੁਹਾਡੀ ਮੈਚ ਕਰਦੀ ਹੈ, ਅਗਰ ਤੁਸੀਂ 60% ਤੁਹਾਡੇ ਨੰਬਰ ਹੈਗੇ ਆ ਔਰ ਓਵਰਆਲ 6 ਹੈ, ਨੋਟ ਲੈਸ ਦੈਨ 5.5, ਆਸਟ੍ਰੇਲੀਆ ਦੀ ਯੂਨੀਵਰਸਿਟੀ ਵਿਦਿਨ 15 to 20 ਡੇਜ਼ ਦੇ ਵਿੱਚ ਤੁਹਾਨੂੰ ਆਫਰ ਲੈਟਰ ਮਿਲੇਗਾ। ਫਿਰ ਉਸ ਤੋਂ ਬਾਅਦ ਤੁਹਾਡਾ ਇੱਕ ਫੀਸ ਕਨਫਰਮੇਸ਼ਨ ਲੈਟਰ ਆਉਂਦਾ ਕਿ ਜਿਹਦੇ ਵਿੱਚ ਤੁਸੀਂ ਆਪਣੀ ਜਿਹੜੀ 6 ਮੰਥ ਦੀ ਫੀਸ ਜਾਂ ਸਾਲ ਦੀ ਫੀਸ ਭਰਾਉਣੀ ਹੁੰਦੀ ਹੈ ਉਹ ਤੁਸੀਂ ਭਰਾ ਕੇ ਅਤੇ ਨਾਲ ਦੀ ਨਾਲ ਹੀ ਤੁਹਾਨੂੰ COE ਮਿਲਦੀ, ਕਨਫਰਮੇਸ਼ਨ ਆਫ ਇਨਰੋਲਮੈਂਟ, ਜਿਹਦੇ ਵਿੱਚ ਕਨਫਰਮੇਸ਼ਨ ਇਹ ਹੁੰਦਾ ਕਿ ਤੁਹਾਡੀ ਜਿਹੜੀ ਸੀਟ ਆ ਕਨਫਰਮਡ ਹੋ ਚੁੱਕੀ ਹੈ ਔਰ ਫੀਸ ਤੁਹਾਡੀ ਰਿਸੀਵ ਹੋ ਚੁੱਕੀ ਹੈ, ਔਰ ਅੰਬੈਸੀ ਤੁਸੀਂ ਫਾਈਲ ਲਗਾ ਸਕਦੇ ਹੋ ਔਰ ਵਿਦਿਨ 20 to 25 ਡੇਜ਼ ਦੇ ਵਿੱਚ ਜਿਹੜਾ ਤੁਹਾਡਾ ਰਿਜ਼ਲਟ ਆ ਰਿਹਾ।
ਅੱਛਾ, ਜਿਵੇਂ ਕਿ ਆਸਟ੍ਰੇਲੀਆ ਦਾ ਇੱਕ ਇਹ ਵੀ ਰੂਲ ਰਹਿੰਦਾ ਕਿ ਬਿਲਕੁਲ ਫਰੈਸ਼ ਪਾਸ ਆਊਟ ਹੈ ਨਾ, ਹੁਣ ਜਿਨ੍ਹਾਂ ਨੇ 12ਵੀਂ ਕੀਤੀ ਉਹ ਬੱਚੇ ਆਸਟ੍ਰੇਲੀਆ ਜਾ ਸਕਦੇ ਨੇ ਤੇ ਗੈਪ ਵਾਲੇ ਤਾਂ ਨਹੀਂ ਜਾ ਪਾਣਗੇ। ਨਹੀਂ ਦੇਖੋ, ਹਰ ਕੰਟਰੀ ਦਾ ਇੱਕ ਸਿਨੈਰੀਓ ਹੁੰਦਾ। ਮੈਂ ਤੁਹਾਨੂੰ ਗਲਤ ਗਾਈਡ ਕਰਾਂਗੀ। ਹਰ ਚੀਜ਼ ਕੁਛ ਟਾਈਮ ਲਈ ਲੀਨੀਅਟ ਹੈ, ਕੁਛ ਟਾਈਮ ਲਈ ਨਹੀਂ ਲੀਨੀਅਟ। ਜਿਹੜੀ ਇਸ ਟਾਈਮ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਹੈ, ਅਗਰ ਤਾਂ ਕੋਈ ਗੈਪ ਜੈਨੂਨ ਹੈ, ਕੋਈ ਜਸਟੀਫਿਕੇਸ਼ਨ ਤੁਹਾਡੇ ਕੋਲ ਜੈਨੂਨ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ। ਨਹੀਂ ਤਾਂ ਅਦਰਵਾਈਜ਼ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ, ਰੀਸੈਂਟ ਪਾਸ ਆਊਟ ਅੱਛੇ ਤੁਹਾਡੇ 60% ਅਬਵ ਨੰਬਰ ਹੈ ਤਾਂ ਆਈਲੈਂਡ ਸਕੋਰ ਅੱਛਾ ਹੋਣਾ ਚਾਹੀਦਾ, ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ। ਤੇ ਐਕਚੁਅਲ ਪ੍ਰੋਬਲਮ ਕੀ ਹੈ ਨਾ ਕਿ ਜਿਸ ਤਰ੍ਹਾਂ ਕਿ ਹੁਣ ਆਪਾਂ ਅੱਜ ਗੱਲ ਕਰੀਏ ਕਿ ਅੱਜ ਤੋਂ 6 ਮਹੀਨੇ ਪਹਿਲੇ ਜਾਂ ਮੈਂ 3 ਮਹੀਨੇ ਪਹਿਲੇ ਦੀ ਗੱਲ ਕਰਾਂ, ਜਿਹੜਾ ਸਟੂਡੈਂਟਸ ਦਾ ਇੱਕ ਫੋਕਸ ਸੀ ਜਾਂ ਜਾਣ ਦਾ ਸੀ ਕੈਨੇਡਾ ਜਾਣਾ ਹੈ। ਕੈਨੇਡਾ ਬਹੁਤ ਜ਼ਿਆਦਾ ਈਜ਼ੀ ਸੀ, ਲੇਕਿਨ ਜਦੋਂ ਉਹਦਾ GST GIC ਜਿਹੜੀ ਇੱਕ ਅਮਾਊਂਟ ਸੀ ਬੇਸਿਕਲੀ ਜੋ ਵੱਧ ਗਈ ਤਾਂ ਉਸ ਤੋਂ ਬਾਅਦ ਥੋੜ੍ਹਾ ਜਿਹਾ ਬੱਚਿਆਂ ਨੂੰ ਲੱਗਿਆ ਕਿ ਨਹੀਂ, ਕਿ ਮੈਂ ਮਤਲਬ ਕਿ 10-11 ਲੱਖ ਰੁਪਇਆ ਇਕੱਠਾ ਦਊਂਗਾ, ਫਿਰ 10-11 ਲੱਖ ਰੁਪਇਆ ਮੈਂ ਫੀਸ ਦਊਂਗਾ, ਤਾਂ ਉਹ 22-23 ਲੱਖ ਰੁਪਏ 'ਚ ਗੱਲ ਜਾਂਦੀ ਸੀ। ਤੇ ਲੇਕਿਨ ਅਗਰ ਬੱਚਿਆਂ ਦਾ ਇੱਕ ਆਪਾਂ ਫੰਡ ਨੂੰ ਲੈ ਕੇ ਗੱਲ ਕਰੀਏ ਜਾਂ ਫੀਸ ਨੂੰ ਲੈ ਕੇ ਗੱਲ ਕਰੀਏ, ਉਹਦਾ ਸਿਸਟਮ ਇਹ ਹੁੰਦਾ ਕਿ ਨਹੀਂ, ਮੇਰੇ ਕੋਲ ਇੱਕ ਬਜਟ ਫਿਕਸ ਬਜਟ ਹੈ ਕਿ ਮੈਂ 11-12 ਲੱਖ ਵਿੱਚ ਹੀ ਜਾ ਸਕਦਾ ਜਾਂ ਮੈਂ 12 ਲੱਖ 'ਚ ਹੀ ਜਾ ਸਕਦਾ। ਤੇ ਉਹਨਾਂ ਲਈ ਆਸਟ੍ਰੇਲੀਆ ਇਜ਼ ਵੈਰੀ ਗੁੱਡ, ਕਿਉਂਕਿ ਆਸਟ੍ਰੇਲੀਆ ਦੇ ਵਿੱਚ 2 ਆਪਸ਼ਨਸ ਹੈ ਤੁਹਾਡੇ ਕੋਲ, ਜਾਂ ਤੁਸੀਂ 6 ਮਹੀਨੇ ਫੀਸ ਦੇ ਕੇ ਵੀ ਜਾ ਸਕਦੇ ਹੋ, ਸਾਲ ਦੀ ਫੀਸ ਦੇ ਕੇ ਵੀ ਜਾ ਸਕਦੇ ਹੋ। ਅੱਛਾ, ਆਸਟ੍ਰੇਲੀਆ ਵਾਸਤੇ ਟੋਫਲ ਜਾਂ PT ਵੀ ਟੈਸਟ ਦੇ ਸਕਦੇ ਆ ਜਾਂ ਫਿਰ ਸਿਰਫ ਆਇਲਸ ਵਾਲੇ ਬੱਚੇ ਹੀ ਜਾ ਸਕਦੇ? ਦੇਖੋ, ਆਈਲੈਟਸ ਵਾਲਾ ਵੀ ਜਾ ਸਕਦਾ ਹੈ, ਟੋਫਲ ਵਾਲਾ ਵੀ ਜਾ ਸਕਦਾ ਹੈ, ਔਰ PT ਵਾਲਾ ਵੀ ਜਾ ਸਕਦਾ ਹੈ। ਬਸ ਤੁਹਾਡਾ ਜਿਹੜਾ ਇੱਕ ਉਹਦੀ ਸਕੋਰਿੰਗ ਹੈ, ਜਿਸ ਤਰ੍ਹਾਂ ਮੈਂ ਆਈਲੈਟਸ ਦੀ ਗੱਲ ਕਰਦਾ ਸੀਗਾ ਕਿ ਤੁਹਾਡੇ ਕੋਲ ਔਰ 6 ਨੋਟ ਲੈਸ 5.5, ਜਾਂ ਆਈਲੈਟਸ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਤੁਹਾਡੇ PT ਦੀ ਗੱਲ ਕਰ ਰਿਹਾ 60 ਦਾ ਆਫ ਚਾਹੀਦੀ। ਮਤਲਬ ਕਿ ਇੱਕ ਜਿਹੜਾ ਹਰ ਟੈਸਟ ਜਿਹੜਾ ਹੈ ਸੇਮ ਹੀ ਹੈ, ਇਹ ਟੈਸਟ ਸੇਮ ਹੀ ਹੈ, ਬਟ ਸਿਰਫ ਜਿਹੜੀ ਇਹਦੀ ਸਕੋਰਿੰਗ ਦੀ ਜਿਹੜੀ ਲੈਵਲ ਹੈ ਉਹ ਕਲੀਅਰ ਹੋਣਾ ਚਾਹੀਦਾ, ਤਾਂ ਤੁਸੀਂ ਕੋਈ ਵੀ ਟੈਸਟ ਦੇ ਕੇ ਜਾ ਸਕਦੇ। ਓਕੇ, ਅੱਛਾ, ਕਿੰਨਾ ਸਕਸੈਸ ਰੇਟ ਆਸਟ੍ਰੇਲੀਆ ਦਾ ਇਸ ਟਾਈਮ? ਦੇਖੋ, ਅਗਰ ਆਪਾਂ ਹੁਣ ਅੱਜ ਦੇ ਸਿਨੈਰੀਓ ਦੀ ਮੈਂ ਗੱਲ ਕਰਾਂ ਕਿ ਅਗਰ ਤੁਹਾਡੀ ਜਿਹੜੀ ਰਿਕੁਆਇਰਮੈਂਟ ਯੂਨੀਵਰਸਿਟੀ ਨੂੰ ਮੈਚ ਕਰ ਰਹੀ, ਕਿਉਂਕਿ ਯੂਨੀਵਰਸਿਟੀ ਹਰ ਕਿਸੇ ਨੂੰ ਆਫਰ ਲੈਟਰ ਨਹੀਂ ਦੇ ਰਹੀ। ਮਤਲਬ ਕਿ ਅਗਰ ਤੁਸੀਂ ਉਸ ਫਾਈਲ ਜਿਹੜੀ ਤੁਸੀਂ ਆਪਣੀ ਫਾਈਲ ਦੇ ਰਹੇ ਹੋ ਯੂਨੀਵਰਸਿਟੀ ਨੂੰ ਦੇ ਰਹੇ ਹੋ, ਅਗਰ ਤੁਹਾਡੀ ਜਿਹੜੀ ਇੱਕ ਰਿਕੁਆਇਰਮੈਂਟ ਫੁਲਫਿਲ ਹੁੰਦੀ ਹੈ ਯੂਨੀਵਰਸਿਟੀ ਦੇ ਨਾਲ, ਯੂਨੀਵਰਸਿਟੀ ਤਾਂ ਹੀ ਤੁਹਾਨੂੰ ਆਫਰ ਲੈਟਰ ਦੇਗੀ। ਅਗਰ ਇਟ ਮੀਨਸ ਆਫਰ ਲੈਟਰ ਦੇ ਰਹੀ, ਇਟ ਮੀਨਸ ਯੂ ਆਰ ਐਲੀਜੀਬਲ। ਉਸ ਤੋਂ ਬਾਅਦ ਜੋ ਕਾਲਜ ਦੀ ਜਾਂ ਯੂਨੀਵਰਸਿਟੀ ਦੀ ਆਪਣਾ ਫਾਰਮੈਲਿਟੀਜ਼ ਆ ਉਹਨੂੰ ਫੁਲਫਿਲ ਕਰਾਂਗੇ। ਜਿਸ ਤਰ੍ਹਾਂ ਕਿ ਤੁਹਾਡੇ ਕੋਲ ਆਫਰ ਲੈਟਰ ਆਇਆ, ਆਫਰ ਲੈਟਰ ਨੂੰ ਬੱਚੇ ਦੀ ਫੀਸ ਜਾਂਦੀ ਹੈ, ਫੀਸ ਤੋਂ ਬਾਅਦ ਤੁਹਾਡਾ ਮੈਡੀਕਲ ਇੰਸ਼ੋਰੈਂਸ, ਫਿਰ ਤੁਹਾਡੀ COE ਆਉਂਦੀ ਹੈ, ਤੁਸੀਂ ਐਮਬੈਸੀ ਫਾਈਲ ਪਾਉਣੀ ਹੈ। ਇਹ ਸਾਰਾ ਸਿਨੈਰੀਓ ਕਰਕੇ ਅਗਰ ਮੈਂ ਟਾਈਮ ਦੀ ਗੱਲ ਕਰਾਂ ਤਾਂ 15 ਤੋਂ 20 ਦਿਨ, ਜਾਂ ਮੈਕਸਿਮਮ 25 ਦਿਨਾਂ 'ਚ ਰਿਜ਼ਲਟ ਆ ਰਿਹਾ ਬੇਸਿਕਲੀ ਆਸਟ੍ਰੇਲੀਆ ਦਾ। ਉਹ ਕੀ 15 ਤੋਂ 20 ਦਿਨਾਂ 'ਚ? ਤੇ ਕਿਹੜਾ ਇਨਟੇਕ ਹੈ ਇਸ ਟਾਈਮ? ਇਸ ਟਾਈਮ ਦੇਖੋ, ਕੁਝ ਯੂਨੀਵਰਸਿਟੀ ਦੇ ਜਿਹੜੇ ਇਨਟੇਕ ਵੈਸੇ ਤਾਂ ਜਿਹੜੇ ਹੈਗਾ ਸੈਪਟੰਬਰ ਇਨਟੇਕ ਹੈਗਾ, ਪਰ ਕੁਝ ਯੂਨੀਵਰਸਿਟੀ ਦੇ ਇੱਦਾਂ ਵੀ ਹੈਗੇ ਕਿ ਜਿਹੜਾ ਅਗਸਤ ਵਿੱਚ ਹੈਗਾ। ਅੱਛਾ, ਆਸਟ੍ਰੇਲੀਆ 'ਚ ਯੂਨੀਵਰਸਿਟੀ ਕਾਲਜ ਨੂੰ ਲੈ ਕੇ ਹਮੇਸ਼ਾ ਹੀ ਪ੍ਰੋਬਲਮ ਰਹੀ ਹੈ, ਫਿਰ ਡਿਪਲੋਮਾ ਡਿਗਰੀ ਨੂੰ ਲੈ ਕੇ ਹਮੇਸ਼ਾ ਹੀ ਪ੍ਰੋਬਲਮ ਰਹੀ ਹੈ ਨਾ, ਕਿ ਡਿਪਲੋਮਾ ਵਾਲੇ ਬੱਚੇ ਨਹੀਂ ਜਾ ਸਕਦੇ, ਜਾਂ ਫਿਰ ਪ੍ਰਾਈਵੇਟ ਯੂਨੀਵਰਸਿਟੀ ਜੋ ਕਾਲਜ ਅਪਲਾਈ ਨਾ ਕਰੋ, ਸਿਰਫ ਯੂਨੀਵਰਸਿਟੀ ਦੇ ਵਿੱਚ ਕਰੋ। ਸੋ ਹੁਣ ਕੀ ਮਾਹੌਲ ਹੈ? ਫਿਰ ਗਵਰਨਮੈਂਟ ਹੀ ਦੇਖੋ, ਗਵਰਨਮੈਂਟ ਵੀ ਇਸ ਟਾਈਮ ਜਿਹੜਾ ਸਾਰਾ ਇਸ ਟਾਈਮ ਇੱਕ ਤੁਸੀਂ ਦੇਖਿਆ ਹੋਣਾ ਕਿ ਮੈਂ ਬਾਰ-ਬਾਰ ਇੱਕ ਵਰਡ ਯੂਜ਼ ਕਰ ਰਿਹਾ, COE, ਕਨਫਰਮੇਸ਼ਨ ਆਫ ਇਨਰੋਲਮੈਂਟ। ਜਿਹੜਾ ਇਹ COE ਦਾ ਮਤਲਬ ਇਹ ਹੈ ਕਿ ਤੁਹਾਨੂੰ ਅਗਰ ਇਹ ਮਿਲੇਗੀ ਤਾਂ ਹੀ ਤੁਸੀਂ ਆਪਣੀ ਫਾਈਲ ਲੌਜਮੈਂਟ ਕਰ ਸਕਦੇ ਹੋ। ਤੇ ਇਸ ਟਾਈਮ ਜਿਹੜੇ ਰਾਈਟਸ ਨੇ, ਅਗਰ ਆਪਾਂ ਇਹ ਸਾਰੇ ਰਾਈਟਸ ਦੀ ਗੱਲ ਕਰੀਏ, ਉਹ ਸਾਰੇ ਰਾਈਟਸ ਯੂਨੀਵਰਸਿਟੀ ਕੋਲ ਆ ਚੁੱਕੀ ਹੈ। ਮਤਲਬ ਕਿ ਅਗਰ ਯੂਨੀਵਰਸਿਟੀ ਸਾਨੂੰ ਜਿਹੜੇ ਸਾਡੇ ਫੰਡਸ ਨੂੰ ਲੈ ਕੇ ਜਾਂ ਸਾਡੇ ਅਕੈਡਮਿਕਸ ਨੂੰ ਲੈ ਕੇ ਉਹ ਸਾਰੀ ਚੀਜ਼ਾਂ ਚੈੱਕ ਕਰਦੀ ਹੈ ਕਿ ਹਾਂ ਬਈ ਅਸੀਂ ਜੈਨੂਨ ਦਿੱਤੇ ਹੈ। ਐਗਜ਼ਾਮਪਲ, ਮੈਂ ਆਪਣਾ ਇਸ ਯੂਨੀਵਰਸਿਟੀ ਕਿਸੇ ਵੀ ਯੂਨੀਵਰਸਿਟੀ 'ਚ ਅਪਲਾਈ ਕੀਤਾ, ਉਸ ਮੰਨ ਲਓ ਮੈਲਬੌਰਨ ਯੂਨੀਵਰਸਿਟੀ ਅਪਲਾਈ ਕੀਤਾ, ਉਹਨਾਂ ਨੇ ਮੇਰੇ ਜਿਹੜੇ ਵੀ ਸਾਰੇ ਅਕੈਡਮਿਕ ਸੀ, ਫਾਈਨੈਂਸ਼ੀਅਲ ਸੀ, ਜਾਂ ਮੇਰੇ ਜਿਹੜੇ ਬਾਕੀ ਡਾਕੂਮੈਂਟਸ ਸੀਗੇ ਜਿਹੜੇ ਦੇਖੇ, ਉਹਨਾਂ ਨੇ ਅਗਰ ਵੈਰੀਫਾਈ ਕੀਤਾ ਇਫ ਆਈ ਐਮ ਐਲੀਜੀਬਲ, ਮੈਂ ਐਲੀਜੀਬਲ ਹੈ, ਤਾਂ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਜਿਹੜੀ COE ਦਿੱਤੀ ਸੋ ਦੈਟ ਕਿ ਮੈਂ ਉੱਥੇ ਆਪਣੀ ਐਮਬੈਸੀ ਫਾਈਲ ਲੌਂਚ ਕਰ ਸਕਾਂ। ਇਹ ਜਿਹੜੀ ਸਾਰੀਆਂ ਚੀਜ਼ਾਂ ਹੈਗੀਆਂ ਯੂਨੀਵਰਸਿਟੀ ਦੇ ਹੈਂਡ 'ਚ ਹੈ। ਅਗਰ ਮੇਰੀ ਐਲੀਜੀਬਿਲਿਟੀ, ਅਗਰ ਮੇਰੇ ਅਕੈਡਮਿਕਸ ਜਾਂ ਮੇਰੇ ਫੰਡ ਸਾਰਾ ਕੁਝ ਕਲੀਅਰ ਹੈ, ਤੇ ਜਿਹੜਾ ਪ੍ਰੋਸੈਸ ਹੈਗਾ ਵਿਦਿਨ 20 to 25 ਡੇਜ਼ ਦਾ ਹੈ, ਤੇ ਉਹਦੇ ਤੁਹਾਡਾ ਰਿਜ਼ਲਟ ਆ ਜਾਂਦਾ। ਓਕੇ, ਸੋ ਬਿਲਕੁਲ ਜੀ, ਆਸਟ੍ਰੇਲੀਆ ਦੀ ਅਸੀਂ ਗੱਲ ਕੀਤੀ ਜਾਏ, 12ਵੀਂ ਪਾਸ ਹੋ ਜਾਏ, ਗੈਪ ਹੈ ਪਰ ਜਸਟੀਫਿਕੇਸ਼ਨ ਹੈਗੀ ਆ, ਅੱਛੇ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਨੇ, ਕਿਉਂਕਿ ਆਸਟ੍ਰੇਲੀਆ 'ਚ ਮੈਂ ਸਾਨੂੰ ਪਤਾ ਕਿ ਕੁਝ ਟਾਈਮ ਲੀਨੀਅਟ ਹੁੰਦਾ। ਸੋ ਹੁਣ ਹੋਇਆ ਪਿਆ, ਹੁਣ ਅੱਛਾ ਸਕਸੈਸ ਰੇਟ ਚੱਲ ਰਿਹਾ। ਸੋ ਮੈਨੂੰ ਲੱਗਦਾ ਕਿ ਵੇਟ ਜ਼ਿਆਦਾ ਨਹੀਂ ਕਰਨੀ ਚਾਹੀਦੀ, ਅਪਲਾਈ ਕਰ ਦੇਣਾ ਚਾਹੀਦਾ ਹੈਗਾ। ਕੁਝ ਜ਼ਿਆਦਾ ਰਿਕੁਆਇਰਮੈਂਟਸ ਵੀ ਇੰਨੀਆਂ ਖਾਸ ਨਹੀਂ ਹੈਗੀਆਂ। ਸੋ ਇਹਦੇ ਵਿੱਚ ਥੋੜੀ ਜਿਹੀ ਇੱਕ ਰਿਕੁਆਇਰਮੈਂਟ ਹੈ ਕਿ ਮੈਂ ਸਾਰੀ ਯੂਨੀਵਰਸਿਟੀ ਦੀ ਗੱਲ ਨਹੀਂ ਕਰਾਂਗਾ। ਕੁਝ ਯੂਨੀਵਰਸਿਟੀਜ਼ ਕੀ ਕਰਦੀਆਂ ਕਿ ਜਦੋਂ ਤੁਹਾਨੂੰ ਆਫਰ ਲੈਟਰ ਆਉਂਦਾ ਤਾਂ ਜਸਟ ਇੱਕ ਇੰਟਰਵਿਊ ਹੁੰਦਾ ਤੁਹਾਡਾ, ਉਹ ਇੰਟਰਵਿਊ ਡਿਪੈਂਡ ਅਪਨ ਯੂਅਰ ਅਕੈਡਮਿਕ ਐਂਡ ਆਈਲੈਟ ਸਕੋਰ। ਅਗਰ ਉਹਨਾਂ ਨੂੰ ਲੱਗਦਾ ਕਿ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ ਜਾਂ ਤੁਹਾਡੇ ਜਿਹੜੇ ਮਾਰਕਸ ਨੇ ਉਹਨੂੰ ਦੇਖ ਕੇ, ਜਾਂ ਫਿਰ ਆਪਾਂ ਗੱਲ ਕਰੀ ਜਿਹੜੇ ਤੁਹਾਡੇ ਆਈਲੈਟਸ ਬੈਂਡ ਹੈ, ਉਹ ਸਾਰੀ ਚੀਜ਼ਾਂ ਨੂੰ ਦੇਖ ਕੇ ਅਗਰ ਲੱਗਦਾ ਕਿ ਉਹ ਇੰਟਰਵਿਊ ਤੁਹਾਡੇ ਨਾਲ ਪਸੰਦ ਕਰਾਉਣਾ ਚਾਹੁੰਦੇ ਹੈ, ਉਹ ਕਰਾਉਣਗੇ। ਨਹੀਂ ਤਾਂ ਅਦਰਵਾਈਜ਼ ਵਿਦਆਊਟ ਇੰਟਰਵਿਊ ਤੁਹਾਡਾ ਜਿਹੜਾ ਹੈਗਾ ਆਫਰ ਲੈਟਰ ਰਿਲੀਜ਼ ਹੋ ਜਾਏਗਾ, ਨਾਲ ਦੀ ਨਾਲ ਹੀ ਤੁਹਾਡੇ ਜਿਹੜੇ ਸਾਰੇ
ਡਾਕੂਮੈਂਟੇਸ਼ਨ ਹੈ ਜਾਂ ਪੈਂਡਿਸੀ ਹੈ, ਜਿੱਦਾਂ ਮਤਲਬ ਕਿ ਉਹਨਾਂ ਦੇ ਕੋਲ ਡਾਕੂਮੈਂਟੇਸ਼ਨ ਕਲੀਅਰ ਹੁੰਦਾ, ਨਾਲ ਦੀ ਨਾਲ COE ਆਪਾਂ ਨੂੰ ਦਿੰਦੇ ਸੀਗੇ। ਓਕੇ, ਠੀਕ ਹੈ ਜੀ। ਸੋ ਬਿਲਕੁਲ ਜੀ, ਗੱਲ ਅਸੀਂ ਆਸਟ੍ਰੇਲੀਆ ਦੀ ਕਰ ਲਈ। ਹੁਣ ਮੈਂ ਗੱਲ ਜਾਣਨਾ ਚਾਹਾਂਗੀ, ਕਿਉਂਕਿ ਬਹੁਤ ਇੰਟਰਨੈਸ਼ਨਲ ਨੇ ਹਮੇਸ਼ਾ ਬੱਚੇ ਨੂੰ ਆਪਸ਼ਨ ਦਿੱਤੀ ਹੈ ਫੀਸ ਆਫਟਰ ਵੀਜ਼ਾ ਦੀ, ਆਸਟ੍ਰੇਲੀਆ 'ਚ ਮਿਲ ਰਹੀ ਹੈ ਇੱਦਾਂ ਦੀ ਆਪਸ਼ਨ? ਬਿਲਕੁਲ, ਮੇਰੇ ਕੋਲ ਕੁਝ ਯੂਨੀਵਰਸਿਟੀ, ਕੁਝ ਕਾਲਜ ਹੈਗੇ ਜਿਹਦੇ ਵਿੱਚ ਮੈਂ ਆਫਟਰ ਵੀਜ਼ਾ ਕਰ ਰਿਹਾ, ਕਿਉਂਕਿ ਬਹੁਤ ਇੰਟਰਨੈਸ਼ਨਲ ਹਮੇਸ਼ਾ ਬੱਚਿਆਂ ਦਾ ਹੈਲਪ ਹੀ ਕਰਦਾ। ਅਗਰ ਮੈਂ ਅੱਜ ਤੱਕ ਗੱਲ ਕਰਾਂ, ਚਾਹੇ ਉਹ ਕੈਨੇਡਾ ਸੀ, ਚਾਹੇ USA ਸੀ, ਚਾਹੇ UK ਸੀ, ਅਸੀਂ ਸਾਰੇ ਵੀਜ਼ਾ ਆਫਟਰ ਵੀਜ਼ਾ ਲੈ ਰਹੇ ਹਾਂ। ਚਾਹੇ ਬੱਚੇ ਦੀ ਫੀਸ ਹੈ, ਚਾਹੇ ਉਹਦਾ ਮੈਡੀਕਲ ਹੈ, ਚਾਹੇ ਆਪਾਂ ਗੱਲ ਕਰੀਏ ਉਹਦਾ ਇੰਸ਼ੋਰੈਂਸ ਹੈ। ਤੇ ਸੇਮ ਥਿੰਗ ਇਜ਼ ਕਿ ਅਗਰ ਤੁਸੀਂ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਕਿ ਨਹੀਂ ਯਾਰ ਕਿ ਪਹਿਲੇ ਮੇਰਾ ਵੀਜ਼ਾ ਆਵੇ, ਫਿਰ ਉਸ ਤੋਂ ਬਾਅਦ ਮੈਂ ਆਸਟ੍ਰੇਲੀਆ ਦੀ ਫੀਸ ਜਮ੍ਹਾਂ ਕਰਾਵਾਂ, ਮੈਂ ਫਿਰ ਜਾ ਕੇ ਮੈਡੀਕਲ ਪਹਿਲੇ ਕਰਾਉਣਾ ਪਏਗਾ ਕਿ ਮੈਂ ਉਸ ਤੋਂ ਬਾਅਦ ਤੁਹਾਡੀ ਇੰਸ਼ੋਰੈਂਸ ਕਰਾਵਾਂ। ਬਲ ਅਗਰ ਇਹ ਸਾਰਾ ਜਿਹੜਾ ਪ੍ਰੋਸੈਸ ਤੁਸੀਂ ਪੈਸੇ ਬਾਅਦ ਵਿੱਚ ਦੇਣਾ ਚਾਹੁੰਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਸਾਡੇ ਨਾਲ ਇੱਕ ਐਗਰੀਮੈਂਟ ਕਰੋ ਜਿਹਦੇ ਵਿੱਚ ਤੁਸੀਂ ਮੈਂਸ਼ਨ ਕਰੋ ਕਿ ਜਿਸ ਦਿਨ ਮੇਰਾ ਵੀਜ਼ਾ ਅਪਰੂਵਡ ਹੋ ਗਿਆ ਤੇ ਮੈਂ ਸਾਰੇ ਪੈਸੇ ਤੁਹਾਨੂੰ ਦੇਵਾਂਗਾ। ਸੇਮ ਥਿੰਗ ਇਜ਼ ਕਿ ਆਸਟ੍ਰੇਲੀਆ ਅਸੀਂ ਆਫਟਰ ਵੀਜ਼ਾ ਕਰ ਰਹੇ ਹਾਂ। ਅੱਛਾ, ਅਗਲੇ ਸਵਾਲ ਤੇ ਆਉਣ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗੀ ਕਿ ਹੁਣ ਤੁਸੀਂ ਸ਼ੋਅ ਕਰ ਰਹੇ ਹੋ ਤਾਂ ਸਾਡੇ ਸਟੂਡੈਂਟਸ, ਉਹਨਾਂ ਦੇ ਪੇਰੈਂਟਸ ਨੇ ਹੁੰਦਾ ਸੀ, ਤੁਹਾਨੂੰ ਹੀ ਮਿਲਦਾ। ਸੋ ਕਈ ਵਾਰੀ ਆਨਰਸ ਮਿਲਦੇ ਨਹੀਂ ਹੈਗੇ, ਸੋ ਤੁਹਾਨੂੰ ਕਿੱਦਾਂ ਮਿਲ ਸਕਦਾ? ਦੇਖੋ, ਇੱਦਾਂ ਦਾ ਕੋਈ ਇਸ਼ੂ ਨਹੀਂ ਹੈ। ਮੈਂ ਆਲਵੇਜ਼ ਜਿਹੜਾ ਹੈਗਾ ਆਫਿਸ 'ਚ ਹੀ ਹੁੰਦਾ, ਬਸ ਡਿਪੈਂਡ ਕਰਦਾ ਹੈ ਕਿ ਮੈਂ ਚੰਡੀਗੜ੍ਹ ਆਫਿਸ ਜਾਂ ਮੈਂ ਜਲੰਧਰ ਆਫਿਸ, ਸਮ ਟਾਈਮ ਥੋੜੀ ਕੁਝ ਕਾਨਫਰੰਸ ਜਾਂ ਮੀਟਿੰਗਸ ਹੁੰਦਾ। ਹਾਂ, ਬਟ ਅਗਰ ਤੁਹਾਡਾ ਕੋਈ ਸਿਨੈਰੀਓ ਇੱਦਾਂ ਦਾ ਕਿ ਤੁਸੀਂ ਮੇਰੇ ਨਾਲ ਹੀ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਦਿਨ ਪਹਿਲੇ ਜਾਂ 2 ਦਿਨ ਪਹਿਲੇ ਕਾਲ ਕਰਕੇ ਤੁਸੀਂ ਇੱਕ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ, ਕਿ ਜਿਹਦੇ ਵਿੱਚ ਦੱਸ ਸਕਦੇ ਹੋ ਕਿ ਮੈਂ ਸਰ ਨਾਲ ਮਿਲਣਾ ਹੈ ਤੇ ਸਰ ਦੇ ਨਾਲ ਹੀ ਮੀਟਿੰਗ। ਤੁਸੀਂ ਆਪਣੇ ਓਰੀਜਨਲ ਡਾਕਸ ਲੈ ਕੇ ਆਓ, ਸਾਰਾ ਕੁਝ ਲੈ ਕੇ ਆਓ, ਮੈਂ ਹੀ ਮਿਲਾਂਗਾ ਤਾਂ ਮੈਂ ਹੀ ਤੁਹਾਨੂੰ ਜਿਹੜਾ ਹੈਗਾ ਗਾਈਡ ਕਰਾਂਗਾ ਸਾਰੀ ਚੀਜ਼ਾਂ। ਓਕੇ, ਸੋ ਬਿਲਕੁਲ ਜੀ, ਅਪਾਇੰਟਮੈਂਟ ਫਿਕਸ ਕਰ ਲਓ ਤੁਸੀਂ। ਅੱਛਾ, ਮੈਂ ਹੁਣ ਵੀ ਜਾਣਨਾ ਚਾਹਾਂਗੀ ਕਿਉਂਕਿ ਅੱਜ ਕੱਲ੍ਹ ਇੰਨੀਆਂ ਕੰਪਨੀਜ਼ ਨੇ, ਹੈ ਨਾ, ਬੱਚਾ ਵੀ ਕਨਫਿਊਜ਼ ਹੈ। ਹੁਣ ਖਾਸ ਕਰਕੇ ਬੱਚਾ ਨੇ ਅਪਲਾਈ ਕਰਨਾ ਹੈਗਾ ਆ ਕਿ ਅਸੀਂ ਅਪਲਾਈ ਕਿਹਦੇ ਥਰੂ ਕਰੀਏ? ਬਈ ਹਰ ਕੋਈ ਤਾਂ ਆਪਣੇ ਆਪ ਨੂੰ ਵਧੀਆ ਕਹਿ ਰਿਹਾ। ਸੋ ਮੈਂ ਬਹੁਤ ਇੰਟਰਨੈਸ਼ਨਲ ਦੀ ਮੈਂ ਬੱਚੇ ਨੂੰ ਸਿਰਫ ਇੱਕੋ ਚੀਜ਼ ਬੋਲਾਂਗਾ ਕਿ ਪਹਿਲੇ ਜਿੱਥੇ ਵੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਪਹਿਲੇ ਉਸ ਕੰਪਨੀ ਦਾ ਇੱਕ ਪ੍ਰੀਵੀਅਸ ਰਿਕਾਰਡ ਜ਼ਰੂਰ ਚੈੱਕ ਕਰੋ। ਦੇਖੋ, ਹਰ ਬੰਦਾ ਆਪਣੇ ਮੂੰਹ ਤੋਂ ਵਡਿਆਈ ਕਰਦਾ ਹੈ ਕਿ ਮੈਂ ਸਭ ਤੋਂ ਬੈਟਰ ਆ ਜਾਂ ਮੈਂ ਸਭ ਤੋਂ ਵਧੀਆ, ਤੁਹਾਨੂੰ ਵਧੀਆ ਤਰੀਕੇ ਨਾਲ। ਦੇਖੋ, ਮੈਂ ਇਹ ਚੀਜ਼ ਕਹਿੰਦਾ ਕਿ ਜਿਨ੍ਹਾਂ ਨੇ ਕੰਮ ਕਰਾਏ ਹੈ, ਜਿਨ੍ਹਾਂ ਨੇ ਸਟੂਡੈਂਟਸ ਦੇ ਵੀਜ਼ੇ ਲੈ ਕੇ ਦਿੱਤੇ, ਤੁਸੀਂ ਉਹ ਸਾਰੀ ਚੀਜ਼ ਚੈੱਕ ਕਰੋ। ਪਹਿਲੇ ਤਾਂ ਦੇਖੋ, ਸਭ ਤੋਂ ਪਹਿਲਾਂ ਆਫਿਸ ਜਾਓ, ਦੇਖੋ ਕਿ ਕਿੱਥੇ ਉਹ ਬੈਠੇ ਹੈ, ਕਿੰਨਾ ਸਟਾਫ ਉਹਨਾਂ ਦੇ ਕੋਲ, ਕਿੰਨਾ ਵੱਡਾ ਆਫਿਸ ਹੈ, ਕਿ ਕਿਆ ਇਹ ਬੰਦੇ ਮੇਰਾ ਕੰਮ ਕਰਾਉਣ ਪਾਉਣਗੇ। ਫਿਰ ਉਸ ਤੋਂ ਬਾਅਦ ਅੱਜ ਕੱਲ੍ਹ ਦਾ ਡਿਜੀਟਲ ਹੈ, ਬਹੁਤ ਈਜ਼ੀ ਹੈ ਕਿ ਤੁਸੀਂ ਮੋਬਾਈਲ 'ਤੇ ਸਰਚ ਕਰੋ, ਰਿਵਿਊ ਚੈੱਕ ਕਰ ਸਕਦੇ ਹੋ। ਤੁਸੀਂ ਇੰਸਟਾਗ੍ਰਾਮ 'ਤੇ ਚੱਲ ਜਾਓ, ਫੇਸਬੁੱਕ 'ਤੇ ਚੱਲ ਜਾਓ, ਬਹੁਤ ਸਾਰੀ ਚੀਜ਼ਾਂ ਇੱਦਾਂ ਜਿੱਥੇ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ। ਤੇ ਸੋ ਦੇਖੋ, ਇਹ ਇੱਕ ਸੈਟਿਸਫੈਕਸ਼ਨ ਹੈ ਕਿ ਅਗਰ ਤੁਸੀਂ ਗੱਲ ਕਰੋਗੇ ਕਿ ਹਾਂ ਵੀ ਮੈਨੂੰ ਕਿੱਥੋਂ ਅਪਲਾਈ ਕਰਨਾ ਚਾਹੁੰਦਾ ਹੈ, ਕਿ ਤੁਸੀਂ ਪ੍ਰੀਵੀਅਸ ਰਿਕਾਰਡ ਦੇਖੋ ਕਿ ਜਿਹੜੇ ਸਾਡੇ ਤੋਂ ਬੱਚੇ ਕੈਨੇਡਾ ਗਏ ਹੈ ਜਾਂ ਆਸਟ੍ਰੇਲੀਆ ਗਏ ਹੈ। ਜਿੱਦਾਂ ਹੁਣ ਰੀਸੈਂਟਲੀ ਮੈਂ ਤੁਹਾਡੇ ਨਾਲ ਪਿਛਲੇ ਸ਼ੋਅ 'ਚ ਗੱਲ ਕੀਤੀ USA ਦੀ, ਤਾਂ ਸੇਮ ਡੇ ਹੀ ਸਾਡੇ ਉਸ ਦਿਨ 15 ਵੀਜ਼ੇ ਜਿਹੜੇ ਬੱਚਿਆਂ ਦੀ ਇੰਟਰਵਿਊ ਸੀਗੀ, ਕੁਛ ਦੀ ਹੈਦਰਾਬਾਦ ਸੀ ਤੇ ਕੁਛ ਦਿੱਲੀ ਸੀ, ਉਸੇ ਸੇਮ ਡੇ ਉਹਨਾਂ ਦੇ ਵੀਜ਼ੇ ਆਇਆ। ਕੁਛ ਚੀਜ਼ਾਂ ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਉਹ ਫੈਕਟ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਕਰਕੇ ਦੇ ਰਹੇ ਹਾਂ ਉਹ ਸਾਡੇ ਸਟੂਡੈਂਟਸ ਬੋਲਦੇ, ਸਾਨੂੰ ਬੋਲਣ ਦੀ ਲੋੜ ਨਹੀਂ ਹੈ। ਕਿ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਹਾਂ ਵੀ, ਅਗਰ ਦੇਖੋ 2 ਚੀਜ਼ਾਂ, ਅਗਰ ਮੈਂ ਤੁਹਾਡੇ ਤੋਂ ਪੈਸਾ ਆਫਟਰ ਵੀਜ਼ਾ ਲੈ ਰਿਹਾ ਜਾਂ ਮੈਂ ਖੁਦ ਇਨਵੈਸਟਮੈਂਟ ਕਰ ਰਿਹਾ, ਤਾਂ ਫਿਰ ਮੈਂ ਇਸ ਤੋਂ ਹੋਰ ਕੀ ਕਰ ਸਕਦਾ? ਠੀਕ ਹੈ ਨਾ। ਅਗਰ ਤੁਹਾਡੀ ਫੀਸ ਵੀ ਭਰ ਰਿਹਾ, ਤੁਹਾਡੀ ਇੰਸ਼ੋਰੈਂਸ ਵੀ ਕਰਾ ਰਿਹਾ, ਮੈਡੀਕਲ ਦਾ ਵੀ, ਐਮਬੈਸੀ ਦਾ ਖਰਚਾ ਵੀ ਮੈਂ ਦੇ ਰਿਹਾ, ਤੁਹਾਡੇ ਤੋਂ ਮੈਂ ਕੁਝ ਨਹੀਂ ਲੈ ਰਿਹਾ, ਸਾਰੀ ਚੀਜ਼ ਮੈਂ ਵੀਜ਼ਾ ਲੱਗਣ ਤੋਂ ਬਾਅਦ ਲਊਂਗਾ, ਤਾਂ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਨੂੰ ਟਰਸਟ ਕਰਨਾ ਚਾਹੀਦਾ ਇਸ ਚੀਜ਼ 'ਤੇ। ਬਿਲਕੁਲ, ਔਰ ਵੈਸੇ ਵੀ ਫਿਰ ਤੁਸੀਂ ਪੈਸੇ ਬਾਅਦ 'ਚ ਦੇਣੇ, ਇੰਨੀ ਮਿਹਨਤ ਤੁਸੀਂ ਤਾਂ ਹੀ ਕਰੋਗੇ ਨਾ ਕਿ ਬੱਚੇ ਦਾ ਵੀਜ਼ਾ ਆ ਜਾਵੇ, ਫਿਰ ਤਾਂ ਤੁਹਾਡਾ ਪੈਸਾ ਵੀ ਡੁੱਬੇਗਾ। ਨਹੀਂ ਦੇਖੋ, ਅੱਜ ਦੀ ਡੇਟ ਬਹੁਤ ਕੁਛ ਮੈਂ TV ਸ਼ੋਅ 'ਚ ਬੈਠੇ ਮੈਂ ਦੱਸਣ ਨਹੀਂ ਚਾਹਦਾ, ਘੱਟੋ ਘੱਟ ਮੇਰੇ ਕੋਲ UK ਦੇ ਇਸ ਟਾਈਮ 7 ਤੋਂ 8 ਕੇਸ ਇੱਦਾਂ ਦੇ ਆ ਜਿਨ੍ਹਾਂ ਦੇ ਵੀਜ਼ੇ ਆ ਚੁੱਕੇ ਨੇ, ਪਰ ਹਜੇ ਤੱਕ ਉਹਨਾਂ ਦੀ ਫੀਸ ਨਹੀਂ ਮੇਰੇ ਕੋਲ ਆਈ। ਤੇ ਬਹੁਤ ਸਾਰੀ ਸਾਡੇ ਨਾਲ ਇੱਦਾਂ ਦੀ ਚੀਜ਼ਾਂ ਹੋ ਜਾਂਦੀ ਹੈ। ਹਮੇਸ਼ਾ ਆਪਾਂ ਕਹਿੰਦੇ ਨੇ ਕਿ ਏਜੰਟ ਗਲਤ ਹੋ ਗਿਆ ਜਾਂ ਇੱਦਾਂ ਦਾ ਕੁਝ ਨਹੀਂ, ਕਈ ਵਾਰ ਕਲਾਇੰਟ ਵੀ ਗਲਤ ਹੋ ਜਾਂਦਾ ਹੈ। ਜਿਹਦੇ ਵਿੱਚ ਅੱਜ ਮੇਰੇ ਆਫਿਸ ਆਓ, ਤੁਸੀਂ ਦੇਖੋ ਉਹਨਾਂ ਦੇ ਵੀਜ਼ਾ, ਹਸਬੈਂਡ ਵਾਈਫ ਦੇ ਵੀਜ਼ਾ ਆਏ ਹੋਏ ਆ, ਸਿੰਗਲ ਵੀਜ਼ਾਸ ਆਏ ਹੋਏ ਆ, ਲੇਕਿਨ ਅੱਜ ਦੀ ਡੇਟ 'ਚ ਉਹਨਾਂ ਦੇ ਕੋਲ ਹੁਣ ਪੈਸੇ ਨਹੀਂ ਰੇਜ ਹੋ ਰਹੇ। ਤਾਂ ਬਹੁਤ ਸਾਰੀ ਚੀਜ਼ ਇੱਦਾਂ ਦੀ ਹੈਗੀ ਹੈ ਕਿ ਜਿਹਦੇ ਵਿੱਚ ਛੋਟੀਆਂ ਪ੍ਰੋਬਲਮਾਂ ਆਉਂਦੀਆਂ। ਬਟ ਹਾਂ, ਮੈਂ ਜ਼ਰੂਰ ਬੋਲੂੰਗਾ ਕਿ ਅਗਰ ਤੁਸੀਂ ਅਪਲਾਈ ਕਰ ਰਹੇ ਹੋ, ਥੋੜਾ ਘੱਟੋ ਘੱਟ ਬੈਕਐਂਡ ਜ਼ਰੂਰ ਦੇਖੋ ਕਿ ਹਾਂ ਵੀ ਮੇਰੇ ਕੋਲ ਇੰਨਾ ਫੰਡਸ ਹੈ ਕਿ ਮੈਂ ਜਾ ਸਕਦਾ। ਇਹ ਸਾਰੀ ਚੀਜ਼ਾਂ ਕਲੀਅਰ ਹੋਣੀ ਚਾਹੀਦੀਆਂ ਕਿ ਸੋ ਦੈਟ ਜਿਹੜਾ ਅਸੀਂ ਵੀ ਤੁਹਾਡੀ ਹੈਲਪ ਕਰ ਸਕੀਏ। ਬਿਲਕੁਲ ਜੀ, ਪਹਿਲਾਂ ਕਹਿੰਦੇ ਸੀ ਏਜੰਟ ਅੱਗੇ ਵੱਧਦੇ ਹੋ, ਲੱਗਦਾ ਉਹਨਾਂ ਏਜੰਟਸ ਬਹੁਤ ਸਾਰੀ ਚੀਜ਼ਾਂ ਇੱਦਾਂ ਦੀਆਂ ਆਉਂਦੀਆਂ। ਬਿਲਕੁਲ ਜੀ, ਬਿਲਕੁਲ। ਸੋ ਨਾਲੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤਾਂ ਮਤਲਬ 100% ਆਪਣੀ ਮਿਹਨਤ ਕਰਨਗੇ, ਕਿਉਂਕਿ ਪਤਾ ਵੀਜ਼ਾ ਆਏਗਾ ਤਾਂ ਸਾਨੂੰ ਪੈਸਾ ਮਿਲਣਾ ਹੈ। ਅੱਛਾ ਸਰ, ਹੁਣ ਇਹ ਆਸਟ੍ਰੇਲੀਆ ਦੀ ਗੱਲ ਤਾਂ ਹੋ ਗਈ, ਇਸ ਤੋਂ ਇਲਾਵਾ ਕਿਹੜੀਆਂ ਆਪਸ਼ਨਸ ਇਸ ਟਾਈਮ ਮੰਨਦੇ ਹੋ ਬੱਚਿਆਂ ਲਈ? ਦੇਖੋ, ਇਸ ਟਾਈਮ ਆਪਸ਼ਨ ਜਿਹੜੀ ਹੈਗੀ ਉਹ ਸਾਰੀਆਂ ਹੀ ਹੈ, ਡਿਪੈਂਡ ਕਰਦਾ ਕਿ ਬੱਚਾ ਕਿਹੜੀ ਕੰਟਰੀ ਜਾਣਾ ਚਾਹੁੰਦਾ। ਦੇਖੋ, ਇਹਦੇ ਵਿੱਚ ਬੜਾ ਇੱਕ ਸਿੰਪਲ ਸਿਨੈਰੀਓ ਹੈ, ਠੀਕ ਹੈ। ਹੁਣ ਕੁਝ ਸਟੂਡੈਂਟਸ ਦੀ ਜਿਹੜੀ ਕਰੀਮ ਹੈ, ਜਿੱਦਾਂ ਆਪਾਂ ਗੱਲ ਕਰੀ ਪਰਸੈਂਟੇਜ ਹਾਈ ਹੈ ਤੇ ਉਹਦੀ ਜਿਹੜੀ ਆਈਲੈਟਸ ਸਕੋਰਿੰਗ ਵੀ ਅੱਛੀ ਹੈ, ਤੇ ਉਹਦੇ ਲਈ ਤਾਂ ਮਲਟੀਪਲ ਚੋਇਸ ਨਹੀਂ ਕਿ ਉਹ USA ਵੀ ਜਾ ਸਕਦਾ, ਕੈਨੇਡਾ ਵੀ ਜਾ ਸਕਦਾ, ਆਸਟ੍ਰੇਲੀਆ ਵੀ, ਨਿਊਜ਼ੀਲੈਂਡ ਵੀ, ਯੂਰਪ ਵੀ।
ਸਮ ਟਾਈਮ ਕੀ ਹੁੰਦਾ ਹੈ ਕਿ ਕੁਝ ਸਟੂਡੈਂਟਸ ਦੀ ਪਰਸੈਂਟੇਜ ਘੱਟ ਆ ਗਈ ਹੈ ਜਾਂ ਮਾਰਕਸ ਘੱਟ ਨੇ, ਫਿਰ ਉਹ ਸੋਚਦੇ ਕਿ ਮੈਂ ਸਰ ਕਿਹੜੀ ਕੰਟਰੀ ਜਾ ਸਕਦਾ, ਮੈਂ ਕਿਹੜੀ ਕੰਟਰੀ ਲਈ ਐਲੀਜੀਬਲ ਹੈ। ਦੇਖੋ ਜਦੋਂ ਤੁਹਾਡੇ ਪਰਸੈਂਟੇਜ ਘੱਟ ਆ ਜਾਂਦੇ ਹੈ ਜਾਂ ਫਿਰ ਮਾਰਕਸ ਘੱਟ ਆ ਰਿਹਾ, ਉਸ ਕੰਡੀਸ਼ਨ ਦੇ ਵਿੱਚ ਤੁਹਾਡੇ ਕੋਲ ਆਪਸ਼ਨਸ ਵੱਡੀ ਇੰਗਲਿਸ਼ ਕੰਟਰੀਜ਼ ਦੀ ਹੈ, ਜਿੱਦਾਂ ਕਿ ਅੱਜ USA ਹੈ। USA ਦੇ ਵਿੱਚ ਅਗਰ ਤੁਹਾਡੇ ICSE ਬੋਰਡ ਜਾਂ ਆਪਣਾ CBSE ਬੋਰਡ ਦੇ ਵਿੱਚ 60% ਅਬਰ ਨੰਬਰ ਹੈਗੇ ਹੈ, ਤੁਸੀਂ ਵਿਦਆਊਟ IELTS USA ਅਪਲਾਈ ਕਰ ਸਕਦੇ, ਕਿ ਤੁਹਾਨੂੰ IELTS ਦੀ ਜ਼ਰੂਰਤ ਨਹੀਂ। ਸੇਮ ਥਿੰਗ ਇਜ਼ ਕਿ ਅਗਰ ਤੁਹਾਡੇ ਓਵਰਆਲ 5.5 ਬੈਂਡ ਹੈ, ਨੋਟ ਲੈਸ ਦੈਨ 5 ਹੈ, ਔਰ 60% ਨੰਬਰ ਹੈ, ਤਾਂ ਤੁਸੀਂ UK ਲਈ ਵੀ ਅਪਲਾਈ ਕਰ ਸਕਦੇ ਹੋ। ਠੀਕ ਹੈ, ਤੇ ਬਹੁਤ ਸਾਰੀਆਂ ਇੱਦਾਂ ਦੀ ਯੂਨੀਵਰਸਿਟੀ ਮੇਰੇ ਕੋਲ UK ਵਿਦਆਊਟ IELTS ਔਰ ਵਿਦ IELTS ਵੀ ਹੈ, ਕਿ ਅਗਰ ਤੁਸੀਂ ਚਾਹੁੰਦੇ ਕਿ UK ਜਾਣਾ ਚਾਹੁੰਦੇ ਹੋ, ਸਟੱਡੀ ਕਰਨ ਲਈ ਜਾਣਾ ਚਾਹੁੰਦੇ ਹੋ, ਪਰਸੈਂਟੇਜ ਜਿਹੜੀ ਹੈਗੀ ਅਗਰ ਘੱਟ ਹੈ ਤਾਂ ਮਾਰਕਸ ਤੁਹਾਡੇ ਜ਼ਿਆਦਾ ਹੋਣੇ ਚਾਹੀਦੇ ਆ। ਅਗਰ ਤੁਹਾਡੀ ਪਰਸੈਂਟੇਜ ਜ਼ਿਆਦਾ ਹੈਗੀ ਹੈ, ਇੰਗਲਿਸ਼ ਦੀ ਮੀਡੀਅਮ ਦੇ ਵਿੱਚ 60% ਅਬਵ ਨੰਬਰ ਹੈਗੇ ਆ, ਤਾਂ ਤੁਸੀਂ UK ਲਈ ਵੀ ਅਪਲਾਈ ਕਰ ਸਕਦੇ ਹੋ। ਤੇ ਇਹਦੇ ਵਿੱਚ ਇਹ ਹੈ ਕਿ ਥੋੜ੍ਹਾ ਜਿਹਾ ਬੱਚਾ ਕਿ 6 ਮਹੀਨੇ ਫੀਸ ਦੇ ਕੇ ਜਾ ਸਕਦਾ। ਸੇਮ ਥਿੰਗ ਇਜ਼ USA ਵਿੱਚ 6 ਮਹੀਨੇ ਫੀਸ ਦੇ ਕੇ ਜਾ ਸਕਦਾ। ਇਹਨਾਂ ਕੰਟਰੀ ਜਿੱਦਾਂ ਹੁਣ ਯੂਰਪ ਹੈ, ਹੁਣ ਯੂਰਪ ਦੇ ਵਿੱਚ ਜਿਹੜੀ ਪਬਲਿਕ ਯੂਨੀਵਰਸਿਟੀਜ਼ ਆ ਉੱਥੇ ਫੀਸ ਹੀ ਨਹੀਂ ਹੈ, ਬਟ ਉਹਨਾਂ ਦੀ ਇੱਕ ਰਿਕੁਆਇਰਮੈਂਟ ਆ ਉਹ ਫੁਲਫਿਲ ਕਰਨੀ ਪੈਂਦੀ ਹੈ ਤੁਹਾਨੂੰ, ਕਿ ਹਾਂ ਵੀ ਕੀ ਜਿਹੜਾ ਇੱਕ IELTS ਸਕੋਰ ਹੈ, ਜਾਂ ਮੈਂ ਗੱਲ ਕਰਾਂ ਅਕੈਡਮਿਕ ਦੀ ਜਿਹੜੀ ਪਰਸੈਂਟੇਜ ਹੈਗੀ ਹੈ, ਉਹ ਚੀਜ਼ਾਂ ਅਗਰ ਉਹ ਸਾਰੀ ਚੀਜ਼ਾਂ ਕਲੀਅਰ ਹੈਗੀ ਹੈ ਤਾਂ ਮਲਟੀਪਲ ਆਪਸ਼ਨਸ ਨੇ। ਦੇਖੋ ਐਕਚੁਅਲ ਕੀ ਹੁੰਦਾ ਕਿ ਜਿਹੜੀ ਕਾਸਟਲਿੰਗ ਹੈ ਨਾ, ਉਹ ਡਿਪੈਂਡ ਅਪੋਨ ਯੂਰ ਅਕੈਡਮਿਕਸ। ਹੁਣ ਮੈਂ ਅੱਜ ਗੱਲ ਕਰਾਂ ਕਿ ਇੱਕ ਬੱਚਾ ਨਾਨ ਮੈਡੀਕਲ ਦਾ ਹੈ, ਇੱਕ ਮੈਡੀਕਲ ਦਾ ਹੈ, ਇੱਕ ਆਰਟਸ ਦਾ ਹੈ, ਤਾਂ ਬਹੁਤ ਸਾਰੇ ਡਿਫਰੈਂਟ ਸਿਨੈਰੀਓ। ਅਗਰ ਮੈਂ TV ਸ਼ੋਅ 'ਤੇ ਮੈਂ ਕੱਲੇ ਟੌਪਿਕ 'ਤੇ ਗੱਲ ਕਰਨਾ, ਬਹੁਤ ਲੰਬੀ ਚੀਜ਼ ਚੱਲ ਜਾਏਗੀ। ਇਸ ਤੋਂ ਬੈਟਰ ਇਹੀ ਹੈ ਕਿ ਅਗਰ ਤੁਹਾਡਾ ਜਿਹੜਾ ਡ੍ਰੀਮ ਕੰਟਰੀ ਕੋਈ ਕੈਨੇਡਾ ਹੈ ਜਾਂ USA ਜਾਂ ਆਸਟ੍ਰੇਲੀਆ ਜਿਹੜੀ ਵੀ ਹੈ, ਤੁਸੀਂ ਅਕੈਡਮਿਕ ਡਾਕੂਮੈਂਟਸ ਲੈ ਕੇ ਮੇਰੇ ਕੋਲ ਆਓ, ਸੋ ਦੈਟ ਕਿ ਮੈਂ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਦੱਸ ਸਕਾਂ ਕਿ ਤੁਸੀਂ ਕਿੱਥੇ ਲਈ ਐਲੀਜੀਬਲ ਹੋ, ਕਿਹੜੀ ਕੰਟਰੀ ਜਾ ਸਕਦੇ ਹੋ, ਕਿੰਨਾ ਖਰਚਾ ਆਏਗਾ ਔਰ ਕਿੰਨੇ ਟਾਈਮ ਤੁਹਾਡਾ ਕੰਮ ਹੋਏਗਾ। ਬਿਲਕੁਲ ਜੀ, ਕਿਉਂਕਿ ਪ੍ਰੋਫਾਈਲ ਦੇ ਅਕੋਰਡਿੰਗ ਹੀ ਅੱਛੀ ਕਾਉਂਸਲਿੰਗ ਜਿਹੜੀ ਆ ਉਹ ਤੁਹਾਡੀ ਹੋ ਸਕਦੀ ਹੈ। ਬਾਕੀ ਆਪਸ਼ਨ ਜਿਵੇਂ ਤੁਸੀਂ ਕਿਹਾ, ਚਾਹੇ ਬੱਚਾ ਨਹੀਂ, ਕਈ ਵਾਰ ਨਾ ਜਿੱਦਾਂ ਹੁਣ ਮੈਂ ਦੇਖਿਆ ਕਿ ਬੱਚੇ ਦੇ ਮੰਨ ਲਓ 5.5 ਬੈਂਡ ਆਇਆ ਔਰ ਪਰਸੈਂਟੇਜ ਉਹਦੀ 50 ਹੈ, ਉਹ ਘਰੋਂ ਹੀ ਪਲਾਨ ਕਰਕੇ ਆਇਆ ਕਿ ਮੈਂ ਆਸਟ੍ਰੇਲੀਆ ਜਾਣਾ ਹੈ। ਆਸਟ੍ਰੇਲੀਆ ਨਹੀਂ ਹੋਏਗਾ, ਉਹ ਨਹੀਂ ਹੋਏਗਾ। ਚਾਹੇ ਹੁਣ ਐਕਚੁਅਲ 'ਚ ਉਹ ਜਦੋਂ ਬੱਚਾ ਜਾਂਦਾ ਨਾ, ਉਹ ਕਹਿੰਦਾ ਹੈ ਮਾਰਕੀਟ 'ਚ ਮੈਨੂੰ ਕੋਈ ਯੈਸ ਕਰੇ ਤਾਂ ਮੈਂ ਡਾਕੂਮੈਂਟ ਦੇ ਦਾਂ, ਪਰ ਹੋਣਾ ਨਹੀਂ ਪਤਾ ਉਹਨੂੰ ਵੀ, ਬੱਚੇ ਨੂੰ ਵੀ, ਕਿ ਮੇਰੇ ਨਹੀਂ ਹੋਣਾ ਹੈਗਾ। ਤੇ ਦੇਖੋ ਮੈਂ ਨਾ ਮੈਨੂੰ ਲੱਗਦਾ ਇੱਥੇ ਠੱਗੀ ਵਾਲਾ ਇੱਥੇ ਠੱਗੀ ਹੋਈ ਨਾ, ਉਹ ਚਾਹੁੰਦਾ ਕਿ ਮੈਨੂੰ ਉਹ ਕੰਸਲਟੈਂਟ ਕਵੇ ਕਿ ਮੇਰਾ ਹੋਣਾ, ਮੈਂ ਡਾਕੂਮੈਂਟ ਦੇਵਾਂ ਤਾਂ ਫਸ ਜਾਵਾਂ। ਦੇਖੋ ਯਾਰ, ਜਿਹੜਾ ਇੱਕ ਰਿਕੁਆਇਰਮੈਂਟ ਹੈ, ਚਾਹੇ ਉਹ ਕੰਟਰੀ ਕਿਸੇ ਵੀ ਕੰਟਰੀ ਦੀ, ਅਗਰ ਮੇਰੇ ਫੁਲਫਿਲ ਨਹੀਂ ਹੋ ਰਹੀ ਤਾਂ ਹਾਊ ਇਜ਼ ਪੋਸੀਬਲ। ਦੇਖੋ ਅਗਰ ਤੁਸੀਂ ਮੇਰੇ ਕੋਲ ਆ ਰਹੇ ਹੋ, ਚਾਹੇ ਤੁਸੀਂ ਮੇਰੇ ਵੱਲੋਂ ਆਸਟ੍ਰੇਲੀਆ ਚੱਲ ਜਾਓ, ਕੈਨੇਡਾ ਚੱਲ ਜਾਓ, ਨਿਊਜ਼ੀਲੈਂਡ ਚੱਲ ਜਾਓ, ਠੀਕ ਹੈ ਨਾ, ਮੇਰੇ ਲਈ ਸਾਰੀ ਜਗ੍ਹਾ ਵਧੀਆ ਹੈ, ਠੀਕ ਹੈ ਨਾ। ਮੈਂ ਤਾਂ ਤੁਹਾਨੂੰ ਉੱਥੇ ਹੀ ਭੇਜਾਂਗਾ ਕਿ ਜਿੱਥੇ ਲਈ ਤੁਸੀਂ ਐਲੀਜੀਬਲ ਹੋ। ਹਾਂ, ਕਈ ਵਾਰ ਆਪਾਂ ਇੱਕ ਮਾਈਂਡ ਸੈਟ ਕੀਤਾ ਹੁੰਦਾ ਕਿ ਮੈਂ ਆਸਟ੍ਰੇਲੀਆ ਹੀ ਜਾਣਾ, ਜਾਂ ਤਾਂ ਫਿਰ ਮੈਂ ਰਿਕੁਆਇਰਮੈਂਟ ਫੁਲਫਿਲ ਕਰਾਂ, ਫਿਰ ਹੋ ਸਕਦਾ। ਹਾਂ, ਕੁਛ ਇੱਦਾਂ ਦੀ ਚੀਜ਼ਾਂ ਹੈਗੀਆਂ ਕਿ ਜਦੋਂ ਤੁਸੀਂ ਸਾਡੇ ਨਾਲ ਮਿਲੋਗੇ, ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕੁਛ ਕਿ ਕਿਸ ਤਰ੍ਹਾਂ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਜਾਂ ਕਿਸ ਤਰ੍ਹਾਂ ਕੈਨੇਡਾ ਜਾ ਸਕਦੇ ਹੋ, ਆਪਣੀ ਪ੍ਰੋਫਾਈਲ ਨੂੰ ਕਿੱਦਾਂ ਅਪਗ੍ਰੇਡ ਕਰ ਸਕਦੇ ਹੋ। ਤੇ ਬਹੁਤ ਸਾਰੀ ਕੁਛ ਟੈਕਨੀਕਲ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਆਫਿਸ ਆਓਗੇ, ਸੋ ਦੈਟ ਕਿ ਤੁਹਾਨੂੰ ਗਾਈਡ ਕਰ ਸਕਾਂ। ਬਿਲਕੁਲ, ਜਦੋਂ ਤਾਂ ਤੁਹਾਡਾ ਪ੍ਰੋਫਾਈਲ ਹੀ ਬਹੁਤ ਵਧੀਆ ਹੈ ਕਿ ਤੁਹਾਡੇ ਕੋਲ ਆਪਣੀ ਮਨਪਸੰਦ ਦੀ ਹਰ ਚੀਜ਼ ਮਿਲ ਸਕਦੀ ਹੈ ਨਾ। ਜੇ ਵੀਕ ਪ੍ਰੋਫਾਈਲ ਨਾਲ ਕੰਪਰੋਮਾਈਜ਼ ਤਾਂ ਕਿਤੇ ਕਰਨਾ ਹੀ ਪਏਗਾ। ਅੱਛਾ, ਜਿਵੇਂ ਹੁਣ ਆਪਾਂ ਗੱਲ ਕਰ ਰਹੇ ਹਾਂ, ਤੁਸੀਂ USA ਦੀ ਗੱਲ ਕੀਤੀ ਆ, ਵਿਦ ਔਰ ਵਿਦਆਊਟ ਦੋਨੋਂ ਆਪਸ਼ਨਸ ਦੇ ਰਹੇ ਹੋ। ਇਸ ਤੋਂ ਇਲਾਵਾ UK ਦੀ ਗੱਲ ਜਿਹੜੀ ਹੈਗੀ, ਉੱਥੇ ਵੀ ਵਿਦਆਊਟ ਦੋਨੋਂ ਨੇ। ਬਿਲਕੁਲ। ਤੇ ਪਰ ਕੰਪਰੋਮਾਈਜ਼ ਕਿੱਥੇ ਫਿਰ ਕਰਨਾ ਪਏਗਾ, ਕਿਉਂਕਿ ਇੱਦਾਂ ਸਭ ਨੂੰ ਹੋਊਗਾ ਮੈਂ ਵਿਦਆਊਟ ਆਇਲਸ ਚੱਲ ਜਾਣਾ, ਜੇ ਕੰਟਰੀ ਸਾਨੂੰ ਵਿਦਆਊਟ ਆਇਲਸ ਆਪਸ਼ਨ ਦੇ ਰਹੀ ਹੈ ਤੇ ਕੰਪਰੋਮਾਈਜ਼ ਇੱਦਾਂ ਨਹੀਂ ਹੈ, ਲੇਕਿਨ ਡਿਪੈਂਡ ਕਰਦਾ ਹੈ ਕਿ ਪਹਿਲੇ ਤੁਹਾਡੇ +2 ਦੇ ਵਿੱਚ ਮਾਰਕਸ ਕੀ ਨੇ ਤੁਹਾਡੇ। ਮੰਨ ਲਓ ਤੁਹਾਡੇ 60+ ਅਬਵ ਨੰਬਰ ਨੇ। ਹੁਣ ਅਗਰ ਮੈਂ ਗੱਲ ਕਰਾਂ, ਕੁਛ ਯੂਨੀਵਰਸਿਟੀ ਜਿਹੜੀਆਂ ਹੈਗੀਆਂ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਕਿ ਅਸੀਂ 60% ਵਾਲਾ ਬੱਚਾ ਲਵਾਂਗੇ, ਪਰ ਇੰਗਲਿਸ਼ ਦੇ ਵਿੱਚ ਤੁਹਾਡੇ 60% ਅਗਰ ਹੈਗੇ, ਮੈਂ ਵਿਦਆਊਟ ਆਇਲਸ ਤੁਹਾਨੂੰ ਐਡਮਿਸ਼ਨ ਦੇ ਦਾਂਗਾ। ਤੇ ਹੁਣ ਜਦੋਂ USA 'ਚ ਸਾਰਾ ਤੁਹਾਨੂੰ ਐਡਮਿਸ਼ਨ ਮਿਲ ਗਈ, ਸਭ ਕੁਝ ਮਿਲ ਗਈ, ਲੇਕਿਨ ਹੈ ਇੰਟਰਵਿਊ ਬੇਸ। ਅਗਰ ਤੁਸੀਂ ਕਹਿ ਰਹੇ ਹੋ ਕਿ ਮੇਰੀ ਇੰਗਲਿਸ਼ ਠੀਕ ਹੈ, ਉਹ ਕੁਝ ਜਵਾਬ ਦੇ ਸਕਦਾ ਹੈ, ਪਰ ਇਹਦੇ ਲਈ ਸਭ ਤੋਂ ਪਲੱਸ ਪੁਆਇੰਟ ਕਿ ਬਹੁਤ ਸੇ ਇੰਟਰਨੈਸ਼ਨਲ ਸਟੱਡੀਜ਼ ਤੁਹਾਨੂੰ 2 ਮਹੀਨੇ ਜਾਂ ਮਹੀਨਾ ਜੋ ਵੀ ਟਾਈਮ ਲੱਗਦਾ ਇਸ ਫਾਈਲ ਪ੍ਰੋਸੈਸ ਦੇ ਵਿੱਚ ਉਹਦੇ ਵਿੱਚ ਜਿਹੜੇ ਸਾਡੇ ਇੱਕ ਟ੍ਰੇਨਰਸ ਨੇ, ਜਿਹੜੇ IELTS ਟ੍ਰੇਨਰ ਨੇ, ਜਾਂ ਮੈਂ ਸਪੀਕਿੰਗ ਦੀ ਟ੍ਰੇਨਰ ਦੀ ਗੱਲ ਕਰਾਂ, ਉਹ ਤੁਹਾਨੂੰ ਪੂਰੀ ਪਿਚ ਰੈਡੀ ਕਰਵਾਉਂਦੇ ਆ, ਤੁਹਾਨੂੰ ਪੂਰੇ ਪ੍ਰੋਪਰ ਤਰੀਕੇ ਨਾਲ ਗਾਈਡ ਕਰਦੇ ਆ ਕਿ ਜਦੋਂ ਤੁਸੀਂ ਵੀਜ਼ਾ ਆਫਿਸਰ ਕੋਲ ਜਾਣਾ ਹੈ ਤਾਂ ਤੁਹਾਡੇ ਕੋਲ ਕਿਹੜੇ ਕੁਐਸਚਨ ਪੁੱਟ ਕੀਤੇ ਜਾਣਗੇ। ਐਗਜ਼ਾਮਪਲ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਜਾ ਰਹੇ, ਕਿਹੜੇ ਕੋਰਸ ਜਾ ਰਹੇ ਹੋ, ਤੁਹਾਨੂੰ ਕੌਣ ਸਪਾਂਸਰ ਕਰ ਰਿਹਾ ਹੈ, ਤੁਸੀਂ ਵਾਈ ਯੂ ਹੈਵ ਟੂ ਚੂਜ਼ ਦਿਸ ਯੂਨੀਵਰਸਿਟੀ। ਇਹ ਜਿਹੜੇ ਵੀ ਕੁਐਸਚਨ ਤੁਹਾਨੂੰ ਉੱਥੇ ਪੁੱਟ ਕੀਤੇ ਜਾਂਦੇ, ਉਹ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਸੋ ਦੈਟ ਤੁਹਾਨੂੰ ਉੱਥੇ ਜਾ ਕੇ ਪ੍ਰੋਬਲਮ ਨਾ ਆਵੇ। ਜੀ, ਉਹ ਕੁਐਸਚਨ ਤਾਂ ਮੈਨੂੰ ਲੱਗਦਾ ਕਿ ਪ੍ਰੋਫਾਈਲ ਦੇ ਰਿਗਾਰਡਿੰਗ ਦੇਖੋ, ਉੱਥੇ ਕੋਈ ਜੀਕੇ ਦਾ ਕੁਐਸਚਨ ਨਹੀਂ ਹੈ, ਉਹ ਤੁਹਾਡੀ ਪ੍ਰੋਫਾਈਲ ਹੀ ਹੈ ਕਿ ਜਿਹੜਾ ਤੁਸੀਂ +2 ਕਦੋਂ ਕੀਤਾ ਸੀਗਾ, ਜਾਂ ਫਿਰ ਤੁਸੀਂ ਆਪਣਾ ਸਪਾਂਸਰ ਕੌਣ ਕਰ ਰਿਹਾ, ਤੁਹਾਡੇ ਫਾਦਰ ਕੀ ਕਰਦੇ ਆ, ਤੁਸੀਂ ਕਦੋਂ ਕੰਪਲੀਟ ਕੀਤੀ +2,
ਤੇ ਇਹ ਸਾਰੇ ਨਾਰਮਲ ਕੁਐਸਚਨਸ ਨੇ ਜਿਹੜੇ ਤੁਹਾਡੇ ਡੇਲੀ ਲਾਈਫ ਯੂਜ਼ ਵਿੱਚ ਹੋ ਰਹੇ ਆ। ਤੇ ਇਹ ਚੀਜ਼ ਨੂੰ ਤੁਸੀਂ ਆਪਣਾ ਇੱਕ ਕੌਨਫੀਡੈਂਸ ਤਰੀਕੇ ਨਾਲ ਜਸਟੀਫਾਈ ਕਰਨਾ, ਕੌਨਫੀਡੈਂਸ ਤਰੀਕੇ ਨਾਲ ਉਹਨਾਂ ਨੂੰ ਪ੍ਰੈਜ਼ੈਂਟ ਕਰਨਾ, ਤਾਂ ਵੀਜ਼ਾ ਤੁਹਾਡਾ ਗ੍ਰਾਂਟ ਹੋਏਗਾ। ਬਿਲਕੁਲ ਜੀ ਬਿਲਕੁਲ। ਅੱਛਾ, ਸਟੂਡੈਂਟ ਨਾ ਅੱਜ ਦੇ ਟਾਈਮ 'ਚ ਜਿਵੇਂ ਮੈਂ ਕਿਹਾ ਕਨਫਿਊਜ਼ ਆ ਕਿ ਅਸੀਂ ਕਿਹੜਾ ਏਜੰਟ ਚੂਜ਼ ਕਰੀਏ। ਸੋ ਜਦੋਂ ਬੱਚਾ ਕਿਸੇ ਕੋਲ ਵੀ ਜਾਂਦਾ ਹੈ, ਤੁਸੀਂ ਕਿਹੜੇ ਪੁਆਇੰਟ ਬੱਚਿਆਂ ਨੂੰ ਦੱਸਣਾ ਚਾਹੋਗੇ ਕਿ ਹਾਂ ਆਹ ਪੁਆਇੰਟ ਦੇਖੋ ਤੁਸੀਂ ਕੰਪਨੀ ਦੇ ਵਿੱਚ ਤਾਂ ਹੀ ਅਪਲਾਈ ਕਰੋ, ਅਦਰਵਾਈਜ਼ ਦੂਰ ਹੋ ਜਾਓ ਪਹਿਲੇ। ਦੇਖੋ, ਸਭ ਤੋਂ ਪਹਿਲੇ ਕੀ ਹੈ ਕਿ ਜਦੋਂ ਸਟੂਡੈਂਟਸ ਆਉਂਦਾ ਹੈ ਤਾਂ ਅੱਜ ਦੀ ਡੇਟ 'ਚ ਹਰ ਸਟੂਡੈਂਟਸ ਮੇਰੇ ਕੋਲ ਇਕੱਲੇ ਕੋਲ ਨਹੀਂ ਆਏਗਾ, ਉਹ 10 ਜਗ੍ਹਾ ਤੇ ਹੋਰ ਵੀ ਘੁੰਮ ਕੇ ਆਏਗਾ ਕਿ ਹਾਂ ਵੀ ਮੈਂ ਇੱਥੋਂ ਵੀ ਕਨਫਰਮ ਕਰਾਂ, ਇੱਥੋਂ ਵੀ ਕਨਫਰਮ ਕਰਨਾ, ਠੀਕ ਹੈ ਨਾ। ਹੁਣ ਇੱਕ ਚੀਜ਼ ਹੈ ਕਿ ਮੈਨੂੰ ਪਤਾ ਕਿ ਇਹ ਚੀਜ਼ ਤਾਂ ਹੋ ਸਕਦੀ ਹੈ, ਇਹਦਾ ਆਪਾਂ ਹੱਲ ਕੱਢ ਸਕਦੇ ਹਾਂ, ਠੀਕ ਹੈ। ਤੇ ਸਟੂਡੈਂਟਸ ਨੂੰ ਦੇਖੋ ਥੋੜ੍ਹੇ ਫੇਥ ਹੋਣਾ ਚਾਹੀਦਾ ਹੈ ਕਿ ਜਿਹੜੇ ਵੀ ਕੰਸਲਟੈਂਟ ਕੋਲ ਤੁਸੀਂ ਜਾ ਰਹੇ ਹੋ, ਸੇਮ ਥਿੰਗ ਇਜ਼ ਕਿ ਪਹਿਲੇ ਤਾਂ ਉੱਥੋਂ ਦੀ ਤੁਹਾਨੂੰ ਐਟਮੋਸਫੇਅਰ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ, ਉੱਥੋਂ ਦੇ ਸਟਾਫ ਨਾਲ ਮਿਲ ਕੇ ਪਤਾ ਲੱਗ ਜਾਂਦਾ ਹੈ ਕਿ ਆਪਾਂ ਬੈਠੇ ਕਿੱਥੇ ਆ ਨਾ, ਕਿਹੜੀ ਲੋਕੇਸ਼ਨ 'ਚ ਬੈਠੇ ਆ। ਤੇ ਪ੍ਰੀਵੀਅਸ ਜਿਹੜੇ ਤੁਹਾਡੇ ਵੀਜ਼ਾਸ ਲੱਗੇ ਆ ਜਾਂ ਪ੍ਰੀਵੀਅਸ ਅਗਰ ਆਪਾਂ ਗੱਲ ਕਰੀਏ ਕਿ ਤੁਹਾਡਾ ਇੱਕ ਹਿਸਟਰੀ ਬੋਲਦੀ ਹੈ ਕਿ ਤੁਸੀਂ ਨੇ ਵੀਜ਼ਾ ਲਗਾਇਆ ਹੈ, ਬਹੁਤ ਸਾਰੀ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਕਿ ਉਹ ਕੰਸਲਟੈਂਟ ਦੀ ਜਿਹੜੀ ਇੱਕ ਇਮੇਜ ਨੂੰ ਸ਼ੋਅ ਕਰਦੇ ਨੇ ਕਿ ਹਾਂ ਯਾਰ ਕਿ ਇਹਨਾਂ ਨੇ ਕੰਮ ਕਰਾ ਕੇ ਦਿੱਤੇ, ਲੋਕਾਂ ਨੂੰ ਸਹੀ ਗਾਈਡ ਕੀਤਾ ਗਿਆ। ਤੇ ਇਹਦੇ ਵਿੱਚ ਤਾਂ ਬੱਚੇ ਨੂੰ ਬਹੁਤ ਈਜ਼ੀਲੀ ਜਦੋਂ ਆਫਿਸ ਜਾਂਦਾ ਪਹੁੰਚਦਾ ਪਤਾ ਲੱਗਦਾ ਜਾ ਕੇ ਉਹਨੂੰ। ਦੇਖੋ, ਇੱਕ ਕੰਸਲਟੈਂਟ ਤੁਹਾਨੂੰ ਅਗਰ ਕਹਿ ਰਿਹਾ ਕਿ ਹਾਂ ਇਸ ਯੂਨੀਵਰਸਿਟੀ ਵਿੱਚ ਰਿਕੁਆਇਰਮੈਂਟ ਹੈਗੀ ਹੈ, ਇੱਦਾਂ ਤੁਸੀਂ ਜਾ ਸਕਦੇ ਹੋ, ਸਾਰੀ ਚੀਜ਼ਾਂ ਇਸ ਟਾਈਮ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਲਿਖੀਆਂ ਹੋਈਆਂ। ਤੁਸੀਂ ਯੂਨੀਵਰਸਿਟੀ ਵੈਬਸਾਈਟ 'ਤੇ ਜਾ ਕੇ ਕਾਲਜ ਦੀ ਉੱਥੇ ਲਿਖਿਆ ਹੋਇਆ ਕਿ ਕਿਸ ਰਿਕੁਆਇਰਮੈਂਟ ਦਾ ਬੰਦਾ ਹੋਣਾ ਚਾਹੀਦਾ, ਕਿੰਨੇ ਬੈਂਡ ਦੀ ਰਿਕੁਆਇਰਮੈਂਟ ਹੈ, ਕਿੰਨੇ ਆਈਲੈਟਸ ਦੀ ਜ਼ਰੂਰਤ ਹੈ, ਤਾਂ ਐਡਮਿਸ਼ਨ ਮਿਲ ਜਾਏਗੀ। ਐਡਮਿਸ਼ਨ ਤੁਹਾਨੂੰ ਮਿਲ ਜਾਏਗੀ। ਬਾਕੀ ਜਿਹੜਾ ਇੱਕ ਪ੍ਰੋਸੈਸ ਹੈਗਾ ਵੀਜ਼ਾ ਦਾ ਜਾਂ ਹੋਰ ਸਾਰੀ ਚੀਜ਼ਾਂ ਦਾ ਹੈਗਾ, ਉਹ ਡਿਪੈਂਡ ਅਪੋਨ ਯੂਰ ਪ੍ਰੋਫਾਈਲ ਕਿ ਜਦੋਂ ਅਸੀਂ ਬਣਾਉਂਦੇ ਹਾਂ ਸਾਰਾ ਕੁਝ ਪ੍ਰੈਜ਼ੈਂਟ ਕਰਦੇ ਹਾਂ। ਦੇਖੋ, ਜਦੋਂ ਹੁਣ ਇਸ ਚੀਜ਼ ਨੂੰ ਤਾਂ ਨਹੀਂ ਆਪਾਂ ਜਸਟੀਫਾਈ ਕਰ ਸਕਦੇ, ਲੇਕਿਨ ਹਾਂ ਮੈਨੂੰ ਇੰਨਾ ਪਤਾ ਹੈ ਕਿ ਅਗਰ ਮੈਂ ਤੁਹਾਨੂੰ ਬਾਰ-ਬਾਰ TV ਸ਼ੋਅ 'ਚ ਆ ਕੇ ਇਹ ਗੱਲ ਕਹਿ ਰਿਹਾ ਕਿ ਸਾਰੇ ਪੈਸੇ ਆਫਟਰ ਵੀਜ਼ਾ ਨੇ, ਅਗਰ ਮੈਨੂੰ ਲੱਗਦਾ ਕਿ ਮੈਂ ਤੁਹਾਡੇ ਤੇ ਇਨਵੈਸਟ ਕਰਕੇ ਜਾਂ ਮੈਂ ਇਸ ਕੌਨਫੀਡੈਂਸ ਨਾਲ ਤੁਹਾਡਾ ਵੀਜ਼ਾ ਲਵਾ ਸਕਦਾ, ਤੇ ਤਾਂ ਹੀ ਬਾਰ-ਬਾਰ ਤੁਹਾਨੂੰ ਇਹ ਚੀਜ਼ ਕਹਿ ਰਿਹਾ। ਬਿਲਕੁਲ ਜੀ ਬਿਲਕੁਲ। ਅਦਰਵਾਈਜ਼ ਤਾਂ ਜਿਨ੍ਹਾਂ ਨੇ ਪਹਿਲਾਂ ਠੱਗੀ ਮਾਰਨੀ ਹੁੰਦੀ ਉਹ ਤਾਂ ਇਦਾਂ ਦੀ ਆਪਸ਼ਨ, ਉਹਨਾਂ ਨੂੰ ਤਾਂ ਇਹ ਹੈ ਨਾ ਕਿ 2-4-5 ਲੱਖ ਵੀ ਸਾਡੇ ਕੋਲ ਆ ਰਹੇ, ਅਸੀਂ ਪਹਿਲਾਂ ਉਹ ਰੱਖ ਲਏ ਹੈ ਨਾ, ਬਾਅਦ 'ਚ ਆਵੇ ਨਾ ਆਵੇ ਉਹ ਬਾਅਦ ਦੀ ਗੱਲ ਹੈਗੀ ਹੈ। ਸੋ ਬਿਲਕੁਲ ਜੀ, ਤੁਸੀਂ ਇੱਕ ਪੂਰਾ ਮੈਂ ਇਹ ਕਹਾਂਗੀ ਕਿ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਕਿ ਬਹੁਤ ਟਾਈਮ ਵੀ ਹੋ ਗਿਆ ਕੰਪਨੀ ਨੂੰ ਲੱਗੇ ਹੋਏ ਵੀਜ਼ੇ ਦੇਖੋ, ਸੋਸ਼ਲ ਮੀਡੀਆ 'ਤੇ ਚੈੱਕ ਕਰੋ। ਸੋ ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਕਿ ਜਿਨ੍ਹਾਂ ਨਾਲ ਵੀ ਜਿਹੜੇ ਕਹਿੰਦੇ ਸਾਨੂੰ ਠੱਗੀ ਵੱਲਦੀ, ਉਹਨਾਂ ਦੀ ਆਪਣੀ ਨੌਲੇਜ ਦੀ ਕਮੀ ਆ, ਜਾਂ ਫਿਰ ਅਸੀਂ ਦੇਖ ਲਿਆ ਵੀ ਚੱਲ ਘਰ ਦੇ ਕੋਲ ਕੋਈ ਹੈਗਾ, ਜਾਂ ਜਿਵੇਂ ਤੁਸੀਂ ਕਿਹਾ ਕਿ ਜਿਨ੍ਹਾਂ ਦਾ ਪ੍ਰੋਫਾਈਲ ਵੀਕ ਹੈ ਉਹ ਸੁਣਨਾ ਚਾਹੁੰਦੇ ਨੇ ਕਿ ਸਾਨੂੰ ਭੇਜ ਦਿਓ। ਓਬਵੀਅਸਲੀ ਉਹਨੂੰ ਮੈਨੂੰ ਪਤਾ ਹੈ ਕਿ ਮੇਰਾ ਨਹੀਂ ਹੋਣਾ, ਮੈਂ ਸੁਣਨਾ ਚਾਹੁੰਦਾ ਕੋਈ ਕਵੇ ਜਿੱਦਾਂ ਕਿਹਦੇ ਨਾਲ ਦੀ ਨਾਲ ਉਹ ਫਸ ਗਈ, ਉਹੀ ਨਾ ਅੱਗੇ ਕਰਾ ਕੇ ਦੇਗਾ। 10 ਵੱਡੇ ਏਜੰਟ ਤੁਹਾਨੂੰ ਮਨਾ ਕਰ ਰਹੇ, ਇੱਕ ਨੇ ਹਾਂ ਕਰ ਦਿੱਤੀ ਤੇ ਮਤਲਬ ਕੁਛ ਤਾਂ ਗੜਬੜ ਹੈਗੀ ਹੋ ਸਕਦੀ ਹੈ। ਸੋ ਲਾਸਟ ਦੇ ਵਿੱਚ ਕੋਈ ਸੁਜੈਸ਼ਨ ਦੇਣਾ ਚਾਹੋ ਸਾਡੇ ਸਟੂਡੈਂਟਸ? ਦੇਖੋ, ਇਸ ਟਾਈਮ ਮੈਨੂੰ ਪਤਾ ਕਿ ਜਿਹੜੇ ਬੱਚੇ ਪਾਸ ਆਊਟ ਹੋ ਕੇ ਆਏ ਹੈ, ਉਹਨਾਂ ਦਾ ਜਿਹੜਾ ਇਸ ਟਾਈਮ ਮੋਟੋ ਹੈ ਕਿ ਹਾਂ ਮੇਰੇ ਅੱਛੇ ਆਈਲੈਟਸ ਵਿੱਚ ਸਕੋਰ ਅੱਛੇ ਆਉਣ, ਜਾਂ ਮੇਰੇ PT ਦੇ ਵਿੱਚ ਜਾਂ ਮੈਂ ਟੌਪਨ ਕਰ ਰਿਹਾ। ਦੇਖੋ, ਇਸ ਟਾਈਮ ਤੁਹਾਡੇ ਕੋਲ ਬਹੁਤ ਅੱਛੀ ਮਤਲਬ ਕਿ ਅਗਰ ਮੈਂ ਗੱਲ ਕਰਾਂ ਇਨਟੇਕ ਸੈਪਟੰਬਰ ਇਨਟੇਕ ਦੀ ਗੱਲ ਕਰਾਂ, ਚਾਹੇ ਤੁਸੀਂ ਆਸਟ੍ਰੇਲੀਆ ਅਗਰ ਜਾਣਾ ਚਾਹੁੰਦੇ ਹੋ ਜਾਂ USA ਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਜਾਂ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ, ਇਸ ਟਾਈਮ ਸਾਰੀ ਯੂਨੀਵਰਸਿਟੀ ਦੀ ਜਿਹੜੀਆਂ ਸੀਟਸ ਨੇ ਅਵੇਲੇਬਲ ਨੇ। ਅਗਰ ਤੁਸੀਂ ਸਹੀ ਟਾਈਮ 'ਤੇ ਆ ਕੇ ਮੇਰੇ ਕੋਲ ਆਪਣੀ ਡਾਕੂਮੈਂਟੇਸ਼ਨ ਦੀ ਅਸੈਸਮੈਂਟ ਕਰਾਉਂਦੇ ਹੋ, ਤਾਂ ਅਸੀਂ ਤੁਹਾਡੀ ਜਿਹੜੀ ਬੁਕਿੰਗ ਕਨਫਰਮ ਕਰਦੇ ਹਾਂ ਕਿ ਸੋ ਦੈਟ ਕਿ ਜਿਹੜੀ ਤੁਹਾਡੀ ਸੀਟ ਕਨਫਰਮ ਹੋ ਜਾਏ। ਉਸ ਤੋਂ ਬਾਅਦ ਜਦੋਂ ਤੁਹਾਡੀ ਸਾਰੇ ਡਾਕੂਮੈਂਟੇਸ਼ਨ ਜਾਂ ਸਾਰੀ ਚੀਜ਼ਾਂ ਕੰਪਲੀਟ ਹੋ ਜਾਂਦੀਆਂ, ਉਸ ਤੋਂ ਬਾਅਦ ਤੁਹਾਡੀ ਸੀਟ ਕਨਫਰਮਡ ਹੋ ਜਾਂਦੀ ਹੈ। ਤੇ ਬਹੁਤ ਸਾਰੀ ਚੀਜ਼ਾਂ ਇੱਦਾਂ ਦੀ ਹੈਗੀ ਜਿਹੜੀ ਤੁਹਾਡੇ ਪ੍ਰੋਫਾਈਲ ਨੂੰ ਦੇਖ ਕੇ ਪਤਾ ਲੱਗਦੀਆਂ। ਅਗਰ ਤੁਸੀਂ ਚਾਹੁੰਦੇ ਹੋ ਕਿ ਹਾਂ ਮੇਰੀ ਡ੍ਰੀਮ ਕੰਟਰੀ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਹੈ, ਤਾਂ ਤੁਸੀਂ ਆਪਣੇ ਡਾਕੂਮੈਂਟਸ ਨਾਲ ਮੇਰੇ ਆਫਿਸ ਆਓ, ਵਿਜ਼ਿਟ ਕਰੋ। ਅਗਰ ਮੇਰੇ ਨਾਲ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਦਿਨ ਪਹਿਲੇ ਫੋਨ ਕਰਕੇ ਤੁਸੀਂ ਮੀਟਿੰਗ ਫਿਕਸ ਕਰ ਸਕਦੇ ਹੋ ਕਿ ਸੋ ਦੈਟ ਕਿ ਮੈਂ ਤੁਹਾਨੂੰ ਸਹੀ ਗਾਈਡ ਕਰ ਸਕਾਂ, ਔਰ ਸਹੀ ਜਿਹੜੀ ਡੈਸਟੀਨੇਸ਼ਨ ਹੈ ਕਿੱਥੇ ਤੁਸੀਂ ਜਾ ਸਕਦੇ ਹੋ ਔਰ ਕਿਹੜੀ ਜਗ੍ਹਾ ਜ਼ਿਆਦਾ ਤੁਹਾਨੂੰ ਫਾਇਦਾ ਹੈ ਅਕੋਰਡਿੰਗ ਟੂ ਯੂਰ ਪ੍ਰੋਫਾਈਲ, ਉਹ ਤੁਹਾਨੂੰ ਗਾਈਡ ਕੀਤਾ ਜਾਏ। ਬਿਲਕੁਲ ਜੀ ਬਿਲਕੁਲ। ਸੋ ਥੈਂਕ ਯੂ ਸੋ ਮਚ ਸਰ, ਤੁਸੀਂ ਟਾਈਮ ਕੱਢ ਕੇ ਸਾਡੇ ਸਟੂਡੈਂਟਸ ਨੂੰ ਇੰਨੀ ਵਧੀਆ ਐਡਵਾਈਸ ਦਿੱਤੀ। ਸੋ ਸਟੂਡੈਂਟਸ, ਹੁਣ ਮੈਂ ਵੀ ਇਜਾਜ਼ਤ ਚਾਹਾਂਗੀ। ਆਈ ਹੋਪ ਧਿਆਨ ਦੇ ਨਾਲ ਤੁਸੀਂ ਸ਼ੋਅ ਸੁਣਿਆ ਹੋਵੇਗਾ। ਧਿਆਨ ਨਾਲ ਸੁਣਨਾ ਵੀ ਚਾਹੀਦਾ ਕਿਉਂਕਿ ਤੁਹਾਡੇ ਵਾਸਤੇ ਅੱਧਾ ਘੰਟਾ ਅਸੀਂ ਦਿੱਤਾ, ਸੋ ਤਾਂ ਕਿ ਤੁਹਾਨੂੰ ਘਰ ਬੈਠੇ ਨੌਲੇਜ ਹੋ ਸਕੇ, ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਸਕੇ, ਤੇ ਜੋ ਤੁਸੀਂ ਵੀ ਕਿਸੇ ਵੀ ਕੰਪਨੀ ਦੇ ਕੋਲ ਜਾਣਾ ਹੈ ਤਾਂ ਤੁਸੀਂ ਵੀ ਆਪਣੇ ਸਵਾਲ ਰੱਖ ਸਕੋ, ਤੁਹਾਨੂੰ ਨੌਲੇਜ ਹੋਵੇ। ਸੋ ਬਾਕੀ ਜੀ ਬਹੁਤ ਇੰਟਰਨੈਸ਼ਨਲ ਸਟੱਡੀਜ਼ ਦੇ ਕੋਲ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ, ਮੋਸਟ ਵੈਲਕਮ ਹੈ। ਜਲੰਧਰ ਤੇ ਚੰਡੀਗੜ੍ਹ ਦੇ ਵਿੱਚ ਆਫਿਸ ਹੈ। ਨੰਬਰ ਫਲੈਸ਼ ਹੋ ਰਹੇ ਨੇ। +2 ਵਾਲੇ ਬੱਚੇ ਜਿਨ੍ਹਾਂ ਨੇ ਹੁਣੇ ਪਾਸ ਆਊਟ ਆ, ਜਾਂ ਗੈਪ ਵਾਲੇ ਬੱਚੇ ਵੀ ਹੈ, ਵਿਦ ਆਇਲਸ ਵਿਦਆਊਟ ਆਇਲਸ, ਹਰ ਕਿਸੇ ਤਰ੍ਹਾਂ ਦੇ ਸਟੂਡੈਂਟ ਦਾ ਵੈਲਕਮ ਕਰਦੇ ਜੀ ਬੌਸ ਇੰਟਰਨੈਸ਼ਨਲ ਸਟੱਡੀਜ਼। ਸੋ ਜ਼ਰੂਰ ਕੋਈ ਨਾ ਕੋਈ ਆਪਸ਼ਨ ਤੁਹਾਨੂੰ ਮਿਲੇਗੀ ਇਹਨਾਂ ਦੇ ਕੋਲੋਂ, ਤੇ ਪਹੁੰਚੋ ਜੀ ਜਲਦੀ ਤੋਂ ਜਲਦੀ ਤੇ ਆਪਣੇ ਡ੍ਰੀਮਸ ਨੂੰ ਪੂਰਾ ਕਰੋ। ਸਤਿ ਸ਼੍ਰੀ ਅਕਾਲ।